ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਮੋ ਕਰ ਜੋਰਿ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ। ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮੂਰਖ ਖੈਰੀ ਕ੍ਰਿਖੀ ਕਰ ਮਨ ਮੈਂ ਨਿਸਚੇ ਠਾਨ ਨਿੰਦਕ ਅਗੀ ਦੁਰਿ ਆਤਮਾ ਦੁਸ਼ਟ ਬਾਕ ਕੋ ਮਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मान योग सत्कार योग गुरु की साजी और नवाजी हुई गुरु खालसा साध संगत जीओ वड्डियां भागां वाले हो। जगत गुरु धन धन श्री गुरु ग्रंथ साहिब जी महाराज जी की पवित्र हजूरी च संध्या वेले दे सजे हुए दीवाना च हाजरियां भर के नौवें पातशाह धन गुरु तेग बहादुर साहब जी दे पवित्र पावन इतिहासक स्थान ते नतमस्तक हो के अपने जीवन का कुछ समा सतगुरां दे लेखे ला के सफला कर रहे हो। सतसंग दीआं ये घड़ियां गुरु दया नाल सतगुरां दी किरपा द्वारा प्राप्त हुंदियां हन। पूर्वले जन्मां दे भाग सवले होण कर्म चंगे होण तां साध संगत प्राप्त हुंदी है।
ਸਤ ਸੰਗਤ ਵਿੱਚ ਮਿਲ ਕੇ ਫਿਰ ਆਪਣੇ ਇਸ਼ਟ ਦੇਵ ਦੀ ਕਥਾ ਕਰਨ ਤੇ ਸੁਣਨ ਦਾ ਸੁਭਾਗ ਪ੍ਰਾਪਤ ਹੋਣਾ, ਇਹ ਵੀ ਗੁਰੂ ਸਾਹਿਬ ਜੀ ਦੀ ਦਇਆ ਤੇ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ। ਸਤਿਗੁਰਾਂ ਦੀ ਦਇਆ ਵਰਤੇ, ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਸਤਿਗੁਰਾਂ ਦੀ ਕਥਾ ਕਹਿ ਹੁੰਦੀ ਹੈ, ਸੁਣ ਹੁੰਦੀ ਹੈ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤਮਈ ਕਥਾ ਆਪ ਜੀ ਸਰਵਣ ਕਰ ਰਹੇ ਹੋ। ਖਡੂਰ ਸਾਹਿਬ ਵਿਖੇ ਇੱਕ ਦੰਭੀ ਮਲੇਛ ਬਿਰਤੀ ਵਾਲਾ ਤਪਾ ਪਖੰਡੀ ਰਹਿੰਦਾ। ਧੰਨ ਗੁਰੂ ਅੰਗਦ ਦੇਵ ਸਾਹਿਬ ਨਾਲ ਬੜੀ ਈਰਖਾ ਦਵੈਸ਼ ਰੱਖਦਾ ਵੀ ਉਹਨਾਂ ਦੀ ਸੋਭਾ ਹੁੰਦੀ ਹੈ। ਮੇਰੇ ਕੋਲ ਉਹਨੇ ਲੋਕ ਨਹੀਂ ਆਉਂਦੇ, ਕੇਵਲ ਨਗਰ ਦੇ ਕੁਝ ਖਹਿਰੇ ਜ਼ਿਮੀਂਦਾਰ ਨੇ, ਉਹ ਮੈਨੂੰ ਆਪਣਾ ਗੁਰੂ ਮੰਨਦੇ ਨੇ। ਇਹਨੂੰ ਡਰ ਇਹ ਰਹਿੰਦਾ ਵੀ ਕਿਤੇ ਮੇਰੇ ਚੇਲੇ ਵੀ ਗੁਰੂ ਅੰਗਦ ਸਾਹਿਬ ਕੋਲ ਨਾ ਜਾਣ ਲੱਗ ਪੈਣ। ਇੱਦਾਂ ਦੀ ਫਿਕਰ, ਇੱਦਾਂ ਦੀ ਚਿੰਤਾ ਇਹਦੇ ਅੰਦਰ ਹੈ। ਭਾਦਰੋਂ ਦਾ ਮਹੀਨਾ ਸੀ, ਮੀਂਹ ਦੀ ਓੜ ਲੱਗੀ, ਫਸਲਾਂ ਸੁੱਕਣ ਲੱਗੀਆਂ, ਜ਼ਿਮੀਂਦਾਰ ਪਰੇਸ਼ਾਨ ਸੀ। ਤਪੇ ਕੋਲ ਆਏ, ਤਪੇ ਨੂੰ ਕਹਿਣ ਲੱਗੇ, ਤਪਾ ਜੀ ਤੁਸੀਂ ਸਾਡੇ ਇਸ਼ਟ ਹੋ, ਅਸੀਂ ਪਰੇਸ਼ਾਨ ਆ, ਮੀਂਹ ਪਾਵੋ। ਜੇ ਸਾਡੀ ਫਸਲ ਸੁੱਕ ਗਈ ਤੇ ਘਰ ਵਿੱਚ ਸਾਡੇ ਰੋਜੀ ਰੋਟੀ ਦਾ ਪ੍ਰਬੰਧ ਔਖਾ ਹੋਣਾ ਹੈ। ਤਪੇ ਨੇ ਆਖਿਆ ਇਹ ਤਾਂ ਬੜਾ ਵਧੀਆ ਹੋਇਆ ਕਿ ਤਰੀਕਾ ਮਿਲ ਗਿਆ। ਕਹਿਣ ਲੱਗਾ ਤੁਹਾਡੇ ਨਗਰ 'ਚ ਪਾਪ ਹੋ ਰਿਹਾ, ਅਪਰਾਧ ਹੋ ਰਿਹਾ ਹੈ, ਔਰ ਉਹ ਅਪਰਾਧ ਗੁਰੂ ਅੰਗਦ ਦੇਵ ਸਾਹਿਬ ਕਰ ਰਹੇ ਨੇ। ਗ੍ਰਸਤੀ ਹੋ ਕੇ ਲੋਕਾਂ ਕੋਲੋਂ ਆਪਣਿਆਂ ਪੈਰਾਂ ਤੇ ਮੱਥਾ ਟਿਕਾਉਂਦੇ ਐ। ਜੇ ਉਹਨਾਂ ਨੇ ਗੁਰੂ ਬਣ ਕੇ ਆਪਣੀ ਪੂਜਾ ਕਰਾਉਣੀ ਆ ਤੇ ਫਿਰ ਉਹਨਾਂ ਨੂੰ ਗ੍ਰਸਤ ਧਰਮ ਛੱਡ ਕੇ ਭਗਵੇਂ ਰੰਗ ਦੇ ਕੱਪੜੇ ਪਾ ਕੇ ਮੇਰੇ ਵਾਂਗੂ ਸੰਨਿਆਸੀਆਂ ਵਾਂਗੂ ਬਣ ਕੇ ਬੈਠਣਾ ਚਾਹੀਦਾ। ਪਰ ਉਹ ਆਪਣੇ ਪਰਿਵਾਰ 'ਚ ਬੱਚਿਆਂ 'ਚ ਰਹਿ ਕੇ ਆਪਣੀ ਪੂਜਾ ਕਰਾ ਰਹੇ ਨੇ, ਤਾਂ ਇਹ ਅਪਰਾਧ ਹੋ ਰਿਹਾ ਤੁਹਾਡੇ ਨਗਰ 'ਚ, ਤਾਂ ਮੀਂਹ ਨਹੀਂ ਪੈਂਦਾ। ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਫਸਲਾਂ ਹਰੀਆਂ ਭਰੀਆਂ ਹੋਣ, ਮੀਂਹ ਵਰਸੇ, ਤਾਂ ਗੁਰੂ ਅੰਗਦ ਦੇਵ ਸਾਹਿਬ ਨੂੰ ਆਪਣੇ ਇਸ ਨਗਰ ਵਿੱਚੋਂ ਕੱਢ ਕੇ ਬਾਹਰ ਆਓ, ਤਾਂ ਤੁਹਾਡੀ ਕਾਮਨਾ ਪੂਰੀ ਹੋਵੇਗੀ। ਉਸੇ ਵੇਲੇ ਖਹਿਰੇ ਜ਼ਿਮੀਂਦਾਰ ਨੂੰ 10 ਜਣੇ ਇਕੱਠੇ ਹੋਏ, ਜਿਹੜੇ ਇਹਨਾਂ ਦੇ ਮੁਖੀਏ ਸੀ। ਕਹਿੰਦੇ ਜੀ ਅਸੀਂ ਇਸੇ ਤਰ੍ਹਾਂ ਹੀ ਕਰਾਂਗੇ, ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਐਡਾ ਵੱਡਾ ਗੁਨਾਹ ਸਾਡੇ ਨਗਰ 'ਚ ਹੈ। ਇਹ ਚੱਲ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਸ ਆਏ ਨੇ। ਆ ਕੇ ਗੁਰੂ ਅੰਗਦ ਦੇਵ ਸਾਹਿਬ ਨਾਲ ਗੱਲਬਾਤ ਕਰ ਰਹੇ ਨੇ, ਕਿਉਂਕਿ ਕੁਸੰਗੀ ਦਾ ਸੰਗ ਕਰਕੇ ਇਹਨਾਂ ਦੀ ਮੱਤ ਭਰਮ ਗਈ ਹੈ, ਇਹਨਾਂ ਦੀ ਅਕਲ ਤੇ ਪਰਦਾ ਪੈ ਗਿਆ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੀ ਮਹਿਮਾ ਤੋਂ ਅਣਜਾਣ ਨੇ। ਸਰਵਣ ਕਰੀਏ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਆ ਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਮਾਲਕ, ਇਤਨੀ ਵੱਡੀ ਭਾਰੀ ਖਿਮਾ ਦੀ ਬਿਰਤੀ ਹੈ ਮੇਰੇ ਸਾਹਿਬ ਦੇ ਅੰਦਰ ਕਿ ਜੱਡਾ ਵੱਡਾ ਅਪਰਾਧ ਇਹਨਾਂ ਨੇ ਕੀਤਾ, ਸਤਿਗੁਰੂ ਫਿਰ ਵੀ ਇਹਨਾਂ ਨੂੰ ਖਿਮਾ ਕਰ ਰਹੇ ਨੇ। ਖਿਮਾ ਨਿਧ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਹਾਜ਼ਰ ਹੋਣ ਵਾਸਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੂਰਖ ਖੈਰੀ ਕ੍ਰਿਖੀ ਕਰ, ਮਨ ਮੈਂ ਨਿਸ਼ਚੇ ਠਾਨ। ਇਹ ਮੂਰਖ ਬਿਰਤੀ ਵਾਲੇ ਖਹਿਰੇ ਜ਼ਿਮੀਂਦਾਰ, ਜਿਨ੍ਹਾਂ ਨੇ ਇਹ ਮੂਰਖਤਾਈ ਕੀਤੀ ਹੈ, ਆਪਣੇ ਮਨ ਵਿੱਚ ਨਿਸ਼ਚੇ ਠਾਣ ਕੇ ਜੋ ਤਪੇ ਨੇ ਕਹੀਆਂ ਸੀ ਗੱਲਾਂ, ਤਪੇ ਦੀਆਂ ਕਈਆਂ ਗੱਲਾਂ ਨੂੰ ਇਹਨਾਂ ਨੇ ਸੱਚ ਕਰਕੇ ਮੰਨਿਆ ਹੈ। ਨਿੰਦਕ ਅਗੀ ਦੁਰਿਆਤਮਾ, ਦੁਸ਼ਟ ਬਾਕ ਕੋ ਮਾਨ। ਗੁਰੂ ਪਾਤਸ਼ਾਹ ਦਾ ਨਿੰਦਕ ਸੀ ਉਹ ਤਪਾ, ਵੱਡਾ ਪਾਪੀ ਅਗੀ ਹੈ, ਦੁਰਾਤਮਾ, ਭੈੜੀ ਆਤਮਾ, ਮੰਦ ਆਤਮਾ ਵਾਲਾ ਹੈ। ਉਸ ਦੁਸ਼ਟ ਦੇ ਵਾਕ, ਉਸ ਦੁਸ਼ਟ ਦੀਆਂ ਗੱਲਾਂ ਇਹਨਾਂ ਖਹਿਰੇ ਜ਼ਿਮੀਂਦਾਰਾਂ ਨੇ ਮਨ 'ਚ ਮੰਨ ਲਈਆਂ ਹਨ। ਚੋਪਈ ਅਨਹਿਤ ਕੋ ਬਚ ਹਿਤ ਕਰ ਮਾਨਾ।
ਜੁੱਲਾਂ ਵਿੱਚ ਇਹਨਾਂ ਦਾ ਭਲਾ ਨਹੀਂ ਸੀ ਹੋਣਾ। ਉਹ ਤਪੇ ਦੇ ਜਿਹੜੇ ਬੋਲ ਸੀ ਉਹਨਾਂ ਨੂੰ ਇਹਨਾਂ ਨੇ ਹਿੱਤ ਕਰਕੇ ਮੰਨ ਲਿਆ, ਪ੍ਰੇਮ ਨਾਲ ਉਹਦੀਆਂ ਗੱਲਾਂ ਮੰਨ ਲਈਆਂ। ਗੁਰੂ ਮਹਾਤਮ ਤੇ ਅਨਜਾਨਾ, ਦੀਨ ਦੁਨੀਆ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਵੱਡੀ ਭਾਰੀ ਮਹਿਮਾ ਤੋਂ ਇਹ ਮੂਰਖ ਲੋਕ ਅਣਜਾਣ ਹਨ। ਮਹਾਮੰਦ ਮਤ 9-10 ਮਿਲੇ, 9-10 ਮੂਰਖ ਇਕੱਠੇ ਹੋ ਗਏ। 9-10 9 ਤੇ 10 ਯਾਨੀ ਕਿ ਆਪਾਂ ਅਕਸਰ ਕਹਿ ਦਿੰਦੇ ਆ ਜਦੋਂ ਅੰਦਾਜ਼ਾ ਜਿਹਾ ਲਾਣਾ ਹੋਵੇ, ਕਹਿੰਦੇ 9-10 ਮੂਰਖ ਸੀ। ਇਹ ਮਾੜੀ ਮੱਤ ਵਾਲੇ, ਖੋਟੀ ਮੱਤ ਵਾਲੇ, ਤਪੇ ਦੀ ਪੱਟੀ ਪੜਾਈ ਹੋਈ ਇਹਨਾਂ ਨੂੰ ਇਹ ਇਕੱਠੇ ਹੋਏ। ਸ੍ਰੀ ਸਤਿਗੁਰ ਕੇ ਘਰ ਕੋ ਚਲੇ, ਚੱਲ ਪਏ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮਹਿਲਾਂ ਵੱਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਨਿਵਾਸ ਹੈ ਉੱਥੇ ਚੱਲ ਕੇ ਆਏ ਹਨ। ਇਮਤਰ ਕਨਿਤ ਗੁਰ ਟਿਗ ਗਏ, ਸਤਿਗੁਰਾਂ ਤੇ ਤਰਕ ਕਰਨ ਵਾਸਤੇ, ਗੁਰੂ ਸਾਹਿਬ ਜੀ ਤੇ ਕਿੰਤੂ ਕਰਨ ਵਾਸਤੇ ਆਏ ਹਨ। ਗਿਰਾ ਕਠੋਰੀ ਪਾਖਤ ਪਏ, ਆ ਕੇ ਇਹਨਾਂ ਨੇ ਕੋਈ ਨਮਸਕਾਰ ਨਹੀਂ ਕੀਤੀ, ਕੋਈ ਰਾਮ ਸਲਾਮ ਨਹੀਂ। ਆਏ ਸਿੱਧੇ ਮੂਰਖ ਜੇ ਇਕੱਠੇ ਹੋ ਕੇ ਸਤਿਗੁਰਾਂ ਦੇ ਦਰਬਾਰ 'ਚ ਪੁੱਜ ਕੇ ਇਹਨਾਂ ਨੇ ਬੜੇ ਕਠੋਰ ਸ਼ਬਦਾਂ ਵਿੱਚ, ਕੜਵੇ ਸ਼ਬਦਾਂ ਵਿੱਚ ਕਬੋਲ ਹੀ ਬੋਲੇ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਇਹਾਂ ਬਸਨ ਨੈ ਨੀਕ ਤੁਮਾਰੋ। ਆਉਂਦਿਆਂ ਸਾਰ ਆਏ, ਆ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ, ਜੀ ਤੁਹਾਡਾ ਇੱਥੇ ਵਸਣਾ ਠੀਕ ਨਹੀਂ ਹੈ। ਹਾਲਾਂਕਿ ਪਾਤਸ਼ਾਹ ਦੇ ਪਾਸ ਵੀ ਬੇਅੰਤ ਸਿੱਖ ਆਉਂਦੇ ਐ, ਇਹਨਾਂ ਨਾਲੋਂ ਵੱਧ ਗਿਣਤੀ ਆ, ਹਜ਼ਾਰਾਂ ਦੀ ਗਿਣਤੀ 'ਚ ਸੰਗਤ ਆਉਂਦੀ ਹੈ। ਗੁਰਦੇਵ ਚਾਹੁਣ ਕੇਵਲ ਇਸ਼ਾਰਾ ਹੀ ਕਰਨਾ ਸੀ, ਇਹਨਾਂ 9-10 ਨੂੰ ਪਕੜ ਕੇ ਮਾਰਨਾ ਕਿਹੜਾ ਔਖਾ ਸੀ। ਪਰ ਪਾਤਸ਼ਾਹ ਅਜਰ ਨੂੰ ਜਰਣ ਦੀ ਸੀਮਾ ਵਿਖਾ ਰਹੇ ਨੇ। ਖੇਮਾਨਿਦ ਸੁਆਮੀ ਨੇ ਇਹਨਾਂ ਨੂੰ ਬੁੱਧੀ ਦੇਣੀ ਸੀ, ਇਹਨਾਂ ਨੂੰ ਅਕਲ ਦੇਣੀ ਸੀ, ਉਹਦੇ ਵਾਸਤੇ ਲੀਲਾ ਵਰਤਾ ਰਹੇ ਨੇ। ਕਹਿੰਦੇ ਉਸ ਵਕਤ ਕਹਿਣ ਲੱਗੇ ਆਉਂਦਿਆਂ ਸਾਰ, ਇਹਾਂ ਵਸਨਾ ਨੀਕ ਤੁਮਾਰੋ, ਇੱਥੇ ਵਸਣਾ ਤੁਹਾਡੇ ਲਈ ਠੀਕ ਨਹੀਂ। ਜੈ ਇੱਛੋ ਥਲਿਆਨ ਪਧਾਰੋ, ਜਿੱਥੇ ਤੁਹਾਡੀ ਇੱਛਾ ਹੋਵੇ ਉੱਥੇ ਚਲੇ ਜਾਓ, ਅਸੀਂ ਇੱਥੇ ਨਹੀਂ ਤੁਹਾਨੂੰ ਰਹਿਣ ਦੇਣਾ। ਹਾਲਾਂਕਿ ਸਤਿਗੁਰਾਂ ਦਾ ਆਪਣਾ ਘਰ ਹੈ, ਆਪਣੇ ਨਗਰ ਵਿੱਚ ਆਪਣੇ ਘਰ 'ਚ ਰਹਿੰਦੇ। ਇਹ ਕੌਣ ਹੁੰਦੇ ਸੀ ਆ ਕੇ ਸਾਹਿਬ ਨੂੰ ਕੱਢਣ ਵਾਲੇ? ਇਹਨਾਂ ਨੇ ਕੋਈ ਦਾਨ ਥੋੜੀ ਦਿੱਤਾ ਸੀ, ਸਤਿਗੁਰਾਂ ਦਾ ਆਪਣਾ ਖਰੀਦਿਆ ਹੋਇਆ ਘਰ ਹੈ। ਆ ਕੇ ਬੜੇ ਧੌਂਸ ਵਿੱਚ, ਮੂਰਖ ਮੱਤ ਦੇ ਵਿੱਚ ਆ ਕੇ ਕਹਿੰਦੇ, ਜੈ ਇੱਛੋ ਥਲਿਆਨ ਪਧਾਰੇ, ਜਿੱਥੇ ਤੁਹਾਡੀ ਇੱਛਾ ਹੋਵੇ ਉਸ ਜਗ੍ਹਾ ਤੇ ਸਥਾਨ ਨੂੰ ਛੱਡ ਕੇ ਚਲੇ ਜਾਓ। ਬਰਖਾ ਹਟੀ ਬਿਗਨ ਕ੍ਰਿਖੀ ਭਾਰੀ, ਮੀਂਹ ਨਹੀਂ ਪੈਂਦਾ ਤੁਹਾਡੇ ਇੱਥੇ ਰਹਿਣ ਕਰਕੇ, ਜਿਸ ਕਰਕੇ ਸਾਡੀਆਂ ਫਸਲਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਸਾਡੀਆਂ ਫਸਲਾਂ ਸੁੱਕ ਰਹੀਆਂ ਹਨ। ਅਖਿਲ ਗ੍ਰਾਮ ਕੋ ਸੰਕਟ ਧਾਰੀ, ਤੁਹਾਡੇ ਇੱਥੇ ਰਹਿਣ ਕਰਕੇ ਸਾਡਾ ਸਾਰਾ ਪਿੰਡ ਦੁਖੀ ਹੈ। ਸਾਡੇ ਸਾਰੇ ਨਗਰ ਦੇ ਉੱਤੇ ਬੜਾ ਵੱਡਾ ਭਾਰੀ ਸੰਕਟ ਆਇਆ ਹੋਇਆ ਹੈ। ਸਭ ਇਨ ਕੋ ਅਤ ਚਿੰਤਾ ਹੇਤ, ਤੁਸੀਂ ਸਾਰਿਆਂ ਦੇ ਵਾਸਤੇ ਚਿੰਤਾ ਦਾ ਕਾਰਨ ਬਣੇ ਹੋਏ ਹੋ। ਤੁਸੀਂ ਸਾਰਿਆਂ ਦੀ ਚਿੰਤਾ ਦਾ ਮੂਲ ਕਾਰਨ ਹੋ। ਅਹੀ ਤੁਮਾਰੋ ਏਕ ਨਿਕੇਤ, ਇੱਕ ਤੁਹਾਡੇ ਘਰ ਕਰਕੇ, ਤੁਹਾਡੇ ਇੱਥੇ ਰਹਿਣ ਕਰਕੇ ਸਾਰਿਆਂ ਨੂੰ ਚਿੰਤਾ ਹੈ। ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈ ਰਿਹਾ। ਏਕ ਗ੍ਰਾਮ ਇਤ ਦੇਸ਼ ਦੁਖਾਵੇ, ਇਹ ਕਹਾਵਤ ਹੈ ਸਿਆਣਿਆਂ ਦੀ ਵੀ ਜੇ ਕਿਤੇ ਇੱਕ ਪਿੰਡ ਕਰਕੇ ਪੂਰਾ ਦੇਸ਼ ਦੁਖੀ ਹੁੰਦਾ ਹੋਵੇ, ਇੱਕ ਪਿੰਡ ਕਰਕੇ ਪੂਰਾ ਦੇਸ਼ ਦੁਖੀ ਹੁੰਦਾ ਹੋਵੇ, ਤੋ ਇਹ ਤਿਆਗ ਨਹੀਂ ਬਨ ਆਵੇ। ਇੱਕ ਦੇਸ਼ ਇੱਕ ਪਿੰਡ ਦੇ ਖਤਮ ਕੀਤਿਆਂ ਬਚਦਾ ਹੋਵੇ ਤੇ ਇੱਕ ਪਿੰਡ ਤਿਆਗ ਦੇਣਾ ਚਾਹੀਦਾ ਤਾਂ ਜੋ ਦੇਸ਼ ਬਚ ਜਾਵੇ। ਇਹ ਕਹਾਵਤ ਹੈ ਕਿ ਇੱਕ ਪਿੰਡ ਦੇ ਤਿਆਗਣ ਨਾਲ ਜੇ ਪੂਰਾ ਦੇਸ਼ ਬਚਦਾ ਹੈ ਤਾਂ ਇੱਕ ਪਿੰਡ ਤਿਆਗ ਦੇਣਾ ਚਾਹੀਦਾ ਔਰ ਦੇਸ਼ ਬਚਾਉਣਾ ਚਾਹੀਦਾ ਹੈ। ਇੱਕ ਕੁਲ ਹੇਤ ਗ੍ਰਾਮ ਦੁਖ ਪਾਏ, ਤੇ ਜੇ ਇੱਕ ਕੁੱਲ ਕਰਕੇ ਪੂਰਾ ਪਿੰਡ ਦੁਖੀ ਹੁੰਦਾ ਹੋਵੇ,
ਇੱਕ ਟੱਬਰ ਕਰਕੇ, ਇੱਕ ਪਰਿਵਾਰ ਕਰਕੇ ਪੂਰਾ ਪਿੰਡ ਪਰੇਸ਼ਾਨ ਹੋਵੇ तो तिस कुल को त्याग ਤੇ कराए। ਉਸ ਇੱਕ ਕੁੱਲ ਦਾ ਤਿਆਗ ਕਰ ਦੇਣਾ ਚਾਹੀਦਾ, ਉਸ ਇੱਕ ਕੁੱਲ ਨੂੰ ਛੱਡ ਦੇਣਾ ਚਾਹੀਦਾ। एक के त्यागे कुल बच ਤੇ रहे। ਜੇ ਪਰਿਵਾਰ ਵਿੱਚੋਂ ਇੱਕ ਬੰਦੇ ਕਰਕੇ ਪੂਰਾ ਪਰਿਵਾਰ ਦੁਖੀ ਹੁੰਦਾ ਹੈ ਤੇ ਇੱਕ ਬੰਦੇ ਦੇ ਤਿਆਗ ਕੀਤਿਆਂ ਪੂਰਾ ਪਰਿਵਾਰ ਬਚਦਾ ਹੈ, ਤਾਂ ਫਿਰ ਉਸ ਇੱਕ ਬੰਦੇ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਇਹ ਵਿਧਾਨ ਸਿਆਣੇ ਲੋਕ ਦੱਸਦੇ ਨੇ। करे तजन यो बुद्ध जन कहे। ਜਿਹੜੇ ਬੁੱਧੀਮਾਨ ਲੋਕ ਨੇ ਉਹ ਇਉਂ ਦੱਸਦੇ ਨੇ ਕਿ ਪਿੰਡ ਦੇ ਤਿਆਗਿਆਂ ਦੇਸ਼ ਬਚਦਾ ਹੋਵੇ, ਪਿੰਡ ਤਿਆਗ ਦਿਓ, ਤੇ ਜੇ ਇੱਕ ਕੁੱਲ ਦੇ ਤਿਆਗਿਆਂ ਪਿੰਡ ਬਚਦਾ ਤਾਂ ਉਸ ਕੁੱਲ ਨੂੰ ਤਿਆਗ ਦਿਓ, ਤੇ ਜੇ ਇੱਕ ਪਰਿਵਾਰ ਵਿੱਚੋਂ ਇੱਕ ਬੰਦੇ ਦੇ ਤਿਆਗਿਆਂ ਪਰਿਵਾਰ ਬਚਦਾ ਤਾਂ ਇੱਕ ਉਸ ਬੰਦੇ ਨੂੰ ਤਿਆਗ ਦਿਓ। ਇਹ ਗੱਲ ਬੁੱਧੀਮਾਨ ਲੋਕ ਦੱਸਦੇ ਹਨ। या ते तुम कर त्यागन करे। ਇਸ ਕਰਕੇ ਤੁਹਾਡੀ ਕੁੱਲ ਕਰਕੇ, ਤੁਹਾਡੇ ਕਰਕੇ ਸਾਡਾ ਪਿੰਡ ਦੁਖੀ ਹੈ, ਤੇ ਯੋਗ ਇਹੀ ਹੈ ਕਿ ਤੁਸੀਂ ਸਾਡਾ ਇਹ ਪਿੰਡ ਤਿਆਗ ਕੇ ਚਲੇ ਜਾਓ ਤਾਂ ਜੋ ਸਾਡਾ ਸਾਰਾ ਨਗਰ ਸੁੱਖ ਨਾਲ ਵਸੇ। सगरो ग्राम चिंत को हरे। ਜੇ ਤੁਸੀਂ ਚਲੇ ਜਾਓਗੇ ਘਰ ਤਿਆਗ ਕੇ, ਤੁਸੀਂ ਇਹ ਨਗਰ ਛੱਡ ਕੇ ਚਲੇ ਜਾਓਗੇ ਤਾਂ ਸਾਡੇ ਸਾਰੇ ਨਗਰ ਦੀ ਚਿੰਤਾ ਖਤਮ ਹੋ ਜਾਏਗੀ। ਚਿੰਤਾ ਕੀ ਹੈ? ਮੀਂਹ ਨਹੀਂ ਵਰਸਦਾ। ਉਹ ਮੀਂਹ ਤਾਂ ਪੈਣਾ ਜੇ ਤੁਸੀਂ ਇੱਥੋਂ ਜਾਓਗੇ। ਤੁਹਾਡੇ ਜਾਣ ਨਾਲ ਸਾਡੇ ਸਾਰੇ ਨਗਰ ਦੀ ਚਿੰਤਾ ਖਤਮ ਹੋਵੇਗੀ। इम मन जानो निकस सिधारो। ਆਪਣੇ ਮਨ ਵਿੱਚ ਇਹ ਜਾਣ ਕੇ ਤੁਸੀਂ ਇਹ ਨਗਰ ਛੱਡ ਕੇ ਛੇਤੀ ਇੱਥੋਂ ਨਿਕਲ ਜਾਓ। नहीं कटी अब रहन तुम्हारो। ਅਸੀਂ ਤੁਹਾਨੂੰ ਹੁਣ ਇੱਕ ਘੜੀ ਮਾਤਰ ਦਾ ਸਮਾਂ ਵੀ ਇੱਥੇ ਨਹੀਂ ਰਹਿਣ ਦੇਣਾ। ਜੇ ਤੁਸੀਂ ਆਖੋ ਨਾ ਵੀ ਰਾਤ ਕੱਟ ਲਈਏ, ਵੀ ਕੱਲ ਜਾਵਾਂਗੇ, ਤਾਂ ਇਹ ਭੁਲੇਖਾ ਵੀ ਕੱਢ ਦਿਓ। ਅਸੀਂ ਤੁਹਾਨੂੰ ਇੱਕ ਘੜੀ ਜਿੰਨਾ ਸਮਾਂ ਵੀ ਨਹੀਂ ਹੁਣ ਇੱਥੇ ਰਹਿਣ ਦੇਣਾ। ਇੱਕ ਘੜੀ ਦੇ ਵਿੱਚੇ ਵਿੱਚੇ ਤੁਸੀਂ ਇਹ ਨਗਰ ਛੱਡ ਕੇ ਜਾਓ। करो उताइल वस्त समारो। ਜਿਹੜੀਆਂ ਤੁਹਾਡੀਆਂ ਜ਼ਰੂਰਤ ਦੀਆਂ ਵਸਤੂਆਂ ਨੇ, ਛੇਤੀ ਨਾਲ ਕਾਹਲੀ ਨਾਲ ਉਹ ਆਪਣੀਆਂ ਸਾਰੀਆਂ ਵਸਤੂਆਂ ਸੰਭਾਲੋ। रहे शेख तर जाओ अगारो। ਲੋੜ ਦੀਆਂ ਵਸਤੂਆਂ ਲੈ ਜਾਓ। ਬਾਕੀ ਜਿਹੜੀਆਂ ਵਸਤੂਆਂ ਹੈਣ ਇੱਥੇ ਉਹ ਕਿਸੇ ਦੇ ਘਰ ਰੱਖ ਜੋ, ਮੁੜ ਕੇ ਫਿਰ ਲੰਘਦਿਆਂ ਟੱਪਦਿਆਂ ਤੁਹਾਡੇ ਕੋਲ ਕੋਈ ਪਹੁੰਚਾ ਦੇਗਾ। ਜਿਹੜੀਆਂ ਜ਼ਰੂਰਤ ਦੀਆਂ ਵਸਤੂਆਂ ਨੂੰ ਲੈ ਕੇ ਛੇਤੀ ਜਾਓ। ਉਸ ਤੋਂ ਬਾਕੀ ਜਿਹੜੀਆਂ ਵਧੀਆਂ ਵਸਤੂਆਂ ਨੇ ਉਹ ਇੱਥੇ ਕਿਸੇ ਦੇ ਘਰ ਦੇ ਜਾਓ। पुण्य अपनी ले गमनो सारी। ਜਦੋਂ ਮੀਂਹ ਪੈ ਜਾਏਗਾ ਮੁੜ ਕੇ ਫੇਰ ਆਇਓ ਤੇ ਆਪਣੀਆਂ ਵਸਤੂਆਂ ਲੈ ਕੇ ਤੁਸੀਂ ਬਾਕੀ ਦੀਆਂ ਜਿਹੜੀਆਂ ਵਸਤੂਆਂ ਨੇ, ਪਦਾਰਥ ਨੇ, ਉਹ ਵੀ ਲੈ ਕੇ ਇੱਥੋਂ ਚਲੇ ਜਾਇਓ। चले जाओ न करो आवारी। ਇਸ ਕਰਕੇ ਤੁਸੀਂ ਹੁਣ ਦੇਰੀ ਨਾ ਲਾਓ ਗੁਰੂ ਅੰਗਦ ਜੀ, ਇਹ ਨਗਰ ਛੱਡ ਕੇ ਜਿੰਨਾ ਛੇਤੀ ਹੋਏ ਇੱਥੋਂ ਚਲੇ ਜਾਓ। ग्राम अधीश ग्राम नर सारन। ਪਿੰਡ ਦਾ ਜਿਹੜਾ ਗ੍ਰਾਮ ਹਦੀਸ਼ ਹੈ, ਯਾਨੀ ਕਿ ਜਿਹਨੂੰ ਅੱਜ ਕੱਲ ਆਪਾਂ ਸਰਪੰਚ ਕਹਿੰਦੇ ਨੇ, ਉਦੋਂ ਚੌਧਰੀ ਵਗੈਰਾ ਹੁੰਦੇ ਸੀ। ਕਹਿੰਦੇ ਜਿਹੜਾ ਗ੍ਰਾਮ ਦਾ ਅਧੀਸ਼ ਰਾਜਾ ਹੈ ਉਹਦਾ ਵੀ ਇਹੀ ਫੈਸਲਾ ਹੈ, ਫਿਰ ਸਾਡੇ ਸਾਰੇ ਪਿੰਡ ਵਾਲਿਆਂ ਦਾ ਵੀ ਇਹੀ ਮਤਾ ਹੈ। मतो एक है वहर निकारन। ਸਾਡਾ ਸਾਰਿਆਂ ਦਾ ਮਤਾ ਇੱਕੋ ਹੀ ਹੈ ਕਿ ਅਸੀਂ ਤੁਹਾਨੂੰ ਇਸ ਪਿੰਡ ਚੋਂ ਕੱਢਣਾ ਹੈ, ਤੁਹਾਨੂੰ ਇਹ ਪਿੰਡ ਛੱਡ ਕੇ ਜਾਣਾ ਪਵੇਗਾ। ਇਹ ਸਾਡਾ ਸਾਰਿਆਂ ਦਾ ਮਤਾ ਹੈ। कोई न पक तुम्हारो करई। ਸਾਡੇ ਪੂਰੇ ਪਿੰਡ ਚੋਂ ਕਿਸੇ ਨੇ ਤੁਹਾਡਾ ਪੱਖ ਨਹੀਂ ਜੇ ਪੂਰਨਾ, ਕਿਸੇ ਨੇ ਤੁਹਾਡੀ ਹਮਾਇਤ ਨਹੀਂ ਕਰਨੀ। जिस ते रहो तीर उर तरही। ਜਿਹਦੇ ਨਾਲ ਤੁਸੀਂ ਆਪਣੇ ਅੰਦਰ ਧੀਰਜ ਧਾਰਨ ਕਰਕੇ ਇੱਥੇ ਰਹਿ ਸਕੋ, ਕਿਸੇ ਨੇ ਤੁਹਾਡੇ ਇੱਥੇ ਰਹਿਣ ਦੀ ਹਾਮੀ ਨਹੀਂ ਭਰਨੀ। बड बुद्धवंत तपा जी कयो। ਸਾਡੇ ਨਗਰ ਦੇ ਜਿਹੜੇ ਇਸ਼ਟ ਨੇ, ਸਾਡੇ ਤਪਾ ਜੀ, ਉਹ ਬੜੇ ਬੁੱਧੀਵਾਨ ਨੇ, ਬੜੇ ਸਿਆਣੇ ਨੇ। ਅਸੀਂ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਆ। ਸਾਡੇ ਤਪਾ ਜੀ ਨੇ ਸਾਨੂੰ ਇਹ ਗੱਲ ਕਹੀ ਹੈ। तिसके बसे तुमने दुख सहयो। ਉਹ ਕਹਿੰਦੇ ਵੀ ਗੁਰੂ ਅੰਗਦ ਜੀ ਇੱਥੇ ਵਸ ਕੇ ਆਪਣੀ ਪੂਜਾ ਕਰਾਉਂਦੇ ਨੇ ਤਾਂ ਤੁਸੀਂ ਦੁਖੀ ਹੋ, ਤਾਂ ਮੀਂਹ ਨਹੀਂ ਪਿਆ ਪੈਂਦਾ, ਤਾਂ ਤੁਹਾਡੀਆਂ ਫਸਲਾਂ ਸੁੱਕਦੀਆਂ ਨੇ। ਇਹ ਗੱਲ ਸਾਡੇ ਤਪਾ ਜੀ ਨੇ ਕਹੀ ਹੈ। ਅਸੀਂ ਉਹਦੀ ਕਈ ਗੱਲ ਨੂੰ ਹੁਣ ਪੂਰਾ ਸੱਤ ਕਰਨਾ, ਤੁਹਾਨੂੰ ਇੱਥੋਂ ਕੱਢਣਾ ਹੈ। करी ग्राम पर कृपा बडेर।
ਸਾਡੇ ਤਪਾ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ। ਸਾਡੇ ਸਾਰੇ ਪਿੰਡ ਉੱਤੇ ਉਹਨਾਂ ਦਾ ਬੜਾ ਪਰਉਪਕਾਰ ਹੈ, ਉਹਨਾਂ ਦਾ ਬੜਾ ਅਹਿਸਾਨ ਹੈ। ਯਤਨ ਬਤਾਇਓ ਬਰਖਾ ਕੇਰ, ਉਹਨੇ ਸਾਡੇ ਤੇ ਭਲਾ ਕਰਕੇ ਸਾਡੇ ਭਲੇ ਲਈ ਯਤਨ ਦੱਸਿਆ ਵੀ ਮੀਂਹ ਕਿਵੇਂ ਪਵੇਗਾ। ਔਰ ਇਹ ਯਤਨ ਇਹੀ ਹੈ ਵੀ ਤੁਸੀਂ ਇੱਥੋਂ ਜਾਓਗੇ ਤਾਂ ਮੀਂਹ ਪਵੇਗਾ। ਇਹ ਯਤਨ ਸਾਡੇ ਤੇ ਪਰਉਪਕਾਰ ਕਰਕੇ ਸਾਡੇ ਤਪੇ ਨੇ ਸਾਨੂੰ ਦੱਸਿਆ। ਨਹੀਂ ਰੀਤ ਤੁਮਨੇ ਇਹੋ ਧਰੀ, ਤੇ ਗੁਰੂ ਜੀ ਤੁਸੀਂ ਇੱਥੇ ਰਹਿ ਕੇ ਨਵੀਂ ਮਰਿਆਦਾ ਟੋਰੀ ਆਪਣੀ, ਇਹ ਨਵੀਂ ਰੀਤ ਨਵੀਂ ਮਰਿਆਦਾ ਤੁਸੀਂ ਇੱਥੇ ਆਪਣੀ ਚਲਾਈ ਹੈ। ਨੈ ਗ੍ਰਸਤੀ ਨੈ ਫਕੀਰੀ ਕਤੀ, ਵੀ ਜਿਹੜੇ ਗ੍ਰਸਤੀ ਹੁੰਦੇ ਨੇ ਉਹ ਫਕੀਰ ਨਹੀਂ ਹੁੰਦੇ। ਗ੍ਰਸਤੀਆਂ ਦਾ ਸੁਭਾਅ ਜਿਹੜਾ ਹੈ ਉਹ ਗ੍ਰਸਤੀਆਂ ਵਾਲਾ ਹੋਣਾ ਚਾਹੀਏ, ਜਿਹੜੇ ਫਕੀਰ ਨੇ ਉਹ ਫਕੀਰ ਹੋਣੇ ਚਾਹੀਦੇ ਨੇ। ਤੁਸੀਂ ਗ੍ਰਸਤੀ ਬਣ ਕੇ ਫਕੀਰੀ ਦਾ ਟਕਵੰਜ ਕਰਦੇ ਹੋ, ਆਪਣੀ ਪੂਜਾ ਕਰਾਉਂਦੇ ਹੋ। ਇਸੀ ਦੋਸ਼ ਤੇ ਕੰਨ ਨੇ ਆਵੇ, ਬਸ ਤੁਹਾਡੇ ਇਸੇ ਦੋਸ਼ ਕਰਕੇ ਸਾਡੇ ਨਗਰ 'ਚ ਮੀਂਹ ਪੈਣਾ ਬੰਦ ਹੋ ਗਿਆ। ਸਾਡੇ ਖੇਤ ਸੁੱਕ ਰਹੇ ਨੇ, ਸਾਡੀਆਂ ਫਸਲਾਂ ਸੜ ਰਹੀਆਂ ਨੇ। ਕ੍ਰਿਖੀ ਸ਼ੁਸ਼ਕ ਨੀਰ ਨਾ ਬਰਖਾਵੇ, ਕਿਉਂਕਿ ਗ੍ਰਸਤੀ ਜਦੋਂ ਫਕੀਰ ਬਣ ਕੇ ਆਪਣੀ ਪੂਜਾ ਕਰਾਵੇਗਾ, ਸਾਡਾ ਤਪਾ ਇਹ ਕਹਿੰਦਾ ਵੀ ਇਹ ਬੜਾ ਵੱਡਾ ਪਾਪ ਹੈ। ਸੰਨਿਆਸੀ ਆਪਣੀ ਪੂਜਾ ਕਰਾ ਸਕਦਾ ਹੈ, ਵੈਰਾਗੀ ਆਪਣੀ ਪੂਜਾ ਕਰਾ ਸਕਦਾ, ਗ੍ਰਸਤੀ ਨਹੀਂ ਕਰਾ ਸਕਦਾ। ਤੁਸੀਂ ਗ੍ਰਸਤੀ ਬਣ ਕੇ ਪੂਜਾ ਕਰਾਉਂਦੇ ਹੋ, ਇਹ ਦੋਸ਼ ਹੈ। ਇਸ ਕਰਕੇ ਮੀਂਹ ਨਹੀਂ ਪੈਂਦਾ, ਸਾਡੀ ਫਸਲ ਸੁੱਕ ਰਹੀ ਹੈ। ਪੰਚਾਇਤ ਪਤ ਹੈ ਇਸ ਗ੍ਰਾਮ, ਸਾਡੀ ਸਾਰੀ ਪੰਚਾਇਤ ਦਾ ਜਿਹੜਾ ਮੁਖੀਆ ਹੈ ਨਗਰ ਦਾ, ਉਹਨੇ ਵੀ ਸਾਡੇ ਨਾਲ ਰਲ ਕੇ ਫੈਸਲਾ ਕੀਤਾ ਹੈ। ਸੋ ਸਭ ਕਹੇ ਨਿਕ ਸੋ ਤਜ ਧਾਮ, ਉਹਨਾਂ ਸਾਰਿਆਂ ਨੇ ਮਤਾ ਪਾਇਆ, ਸਾਡੇ ਪਿੰਡ ਦੀ ਸਾਰੀ ਪੰਚਾਇਤ ਨੇ ਰਲ ਕੇ, ਕਿ ਤੁਸੀਂ ਇਹ ਨਗਰ ਛੱਡ ਕੇ ਇੱਥੋਂ ਨਿਕਲ ਜਾਓ, ਚਲੇ ਜਾਓ। ਸੁਣ ਕੇ ਸ੍ਰੀ ਗੁਰ ਅੰਗਦ ਕਹਿਓ, ਇਹ ਸੁਣ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਬਾਸ ਹਮਾਰ ਕਾਲ ਚਿਰ ਰਹਿਓ। ਮਹਾਰਾਜ ਜੀ ਕਹਿਣ ਲੱਗੇ, ਉਹ ਭਰਾਵੋ ਜ਼ਿਮੀਂਦਾਰੋ ਸੁਣੋ, ਅਸੀਂ ਕੋਈ ਨਵੇਂ ਤੇ ਵਸੇ ਨਹੀਂ, ਇੱਥੇ ਵੀ ਅੱਜ ਹੀ ਆਏ ਹੋਈਏ 2-4 ਮਹੀਨੇ ਪਹਿਲਾਂ। ਪਾਤਸ਼ਾਹ ਕਹਿੰਦੇ ਚਰੋਕਣੇ ਆਏ ਬੈਠੇ ਆ ਇੱਥੇ, ਕਈ ਵਰਿਆਂ ਤੋਂ ਇੱਥੇ ਜਦੋਂ ਦੇ ਅਸੀਂ ਆਪਣਾ ਨਗਰ ਛੱਡ ਕੇ ਆਏ ਆ ਉਧਰ ਮੱਤੇ ਦੀ ਸਰਾਂ, ਉਦੋਂ ਦੇ ਅਸੀਂ ਇੱਥੇ ਆ ਕੇ ਬੱਸੇ ਹਾਂ। ਨਿਤ ਬਰਖਾ ਬਰਖਤ ਕ੍ਰਿਖੀ ਹੋਈ, ਤੇ ਕਿੰਨੇ ਚਿਰ ਤੋਂ ਅਸੀਂ ਇੱਥੇ ਗੁਰਿਆਈ ਵੀ ਕਰ ਰਹੇ ਹਾਂ, ਕਿੰਨੇ ਵਰੇ ਬੀਤ ਗਏ ਨੇ ਵੀ ਅੱਗੇ 11-12 ਸਾਲ ਹੋ ਗਏ ਆ। ਮਹਾਰਾਜ ਜੀ ਕਹਿੰਦੇ ਸਾਨੂੰ ਸਤਿਗੁਰਾਂ ਗੁਰਿਆਈ ਦਿੱਤੀ ਹੈ, ਉਦੋਂ ਦਾ ਤਾਂ ਮੀਂਹ ਪਈ ਜਾਂਦਾ, ਹਰ ਸਾਲ ਰੱਜ ਕੇ ਪੈਂਦਾ, ਕਦੇ ਪਹਿਲਾਂ ਦਾ ਮੀਂਹ ਬੰਦ ਨਹੀਂ ਹੋਇਆ। ਹਮਰੋ ਦੋਸ਼ ਕਹੇ ਕਿਮ ਕੋਈ, ਜੇ ਇਹ ਸਾਡਾ ਹੀ ਦੋਸ਼ ਹੁੰਦਾ ਤੇ ਅੱਜ ਤੋਂ 11-12 ਸਾਲ ਪਹਿਲਾਂ ਹੀ ਮੀਂਹ ਪੈਣਾ ਬੰਦ ਹੋ ਜਾਂਦਾ। ਪਾਤਸ਼ਾਹ ਕਹਿੰਦੇ ਜਦੋਂ ਅਸੀਂ ਆ ਕੇ ਇੱਥੇ ਬੱਸੇ ਸੀ, ਕਰਤਾਰਪੁਰ ਸਾਹਿਬ ਤੋਂ ਆਏ ਆ, ਉਦੋਂ ਹੀ ਮੀਂਹ ਪੈਣਾ ਬੰਦ ਹੋ ਜਾਣਾ ਸੀ ਜੇ ਸਾਡਾ ਦੋਸ਼ ਹੁੰਦਾ। ਹਾਂਜੀ, ਪੁਰਸ਼ਨ ਕੇ ਕਰਮ ਨੇ ਅਨੁਸਾਰ, ਜੇ ਮੀਂਹ ਨਹੀਂ ਪੈਂਦਾ ਤੇ ਇਹਦੇ ਵਿੱਚ ਕਿਸੇ ਵਿਅਕਤੀ ਦਾ ਇੱਕ ਦਾ ਦੋਸ਼ ਕਿਵੇਂ ਹੋ ਸਕਦਾ। ਮਹਾਰਾਜ ਜੀ ਕਹਿੰਦੇ ਜੀਵਾਂ ਦੇ ਆਪਣੇ ਕਰਮਾਂ ਦੇ ਦੋਸ਼ ਨੇ। ਪਾਤਸ਼ਾਹ ਫਰਮਾਉਂਦੇ ਆ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕਿਸੇ ਦੂਜੇ ਨੂੰ ਦੋਸ਼ ਦੇਣ ਤੋਂ ਪਹਿਲਾਂ ਬੰਦੇ ਨੂੰ ਆਪਣੇ ਕਰਮ ਵੇਖਣੇ ਚਾਹੀਦੇ ਆ ਵੀ ਮੇਰੀ ਕਰਤੂਤ ਕੀ ਹੈ, ਮੈਂ ਕਿਹੜੀ ਕਰਤੂਤ ਦਾ ਮਾਲਕ ਹਾਂ। ਪਾਤਸ਼ਾਹ ਕਹਿੰਦੇ ਭਾਈ ਜਿਹੜੇ ਦੁੱਖ ਸੁੱਖ ਨੇ ਜੀਵਾਂ ਦੇ ਕਰਮਾਂ ਅਨੁਸਾਰ ਮਿਲਦੇ ਆ ਜੀਵਾਂ ਨੂੰ, ਪੁਰਸ਼ਨ ਕੇ ਕਰਮ ਨੇ ਅਨੁਸਾਰ। ਜੀਵ ਨੂੰ ਜਿੰਨੇ ਦੁੱਖ ਮਿਲਦੇ ਨੇ ਚਾਹੇ ਸੁੱਖ ਮਿਲਦੇ ਨੇ, ਇਹ ਜੀਵਾਂ ਦੇ ਪੁਰਸ਼ਾਂ ਦੇ ਕਰਮਾਂ ਦੇ ਅਨੁਸਾਰ ਮਿਲਦੇ ਨੇ। ਸੁਖ ਦੁੱਖ ਉਪਜਿਤ ਬਾਰੰਗਬਾਰ, ਸੁੱਖ ਮਿਲੇ ਦੁੱਖ ਮਿਲੇ ਬਾਰ-ਬਾਰ, ਇਹ ਸਭ ਜੀਵਾਂ ਦੇ ਆਪਣੇ ਹੀ ਕਰਮ ਨੇ। ਆਪਣੇ ਹੀ ਕੀਤੇ ਕਰਮਾਂ ਦੀ ਬਦੌਲਤ ਜੀਵ ਨੂੰ ਦੁੱਖ ਮਿਲਦੇ ਨੇ, ਆਪਣੇ ਹੀ ਕੀਤੇ ਕਰਮਾਂ ਦੀ ਬਦੌਲਤ ਜੀਵ ਨੂੰ ਦੁੱਖ ਪ੍ਰਾਪਤ ਹੁੰਦੇ ਨੇ। ਕਬੋਂ ਸੁਖੀ
ਕਬੈ ਦੁਖ ਪਾਵੇ। ਕਿਉਂਕਿ ਇਹ ਸਰੀਰ ਜਿਹੜਾ ਹੈ ਪਾਪ ਤੇ ਪੁੰਨਾਂ ਦੇ ਸੁਮੇਲ ਤੋਂ ਬਣਿਆ ਹੈ। ਪਾਪ ਤੇ ਪੁੰਨ ਉਹਨਾਂ ਦੀ ਸਾਮਿਆ ਅਵਸਥਾ ਤੋਂ ਇਹ ਸਰੀਰ ਰਚੇ ਗਏ ਨੇ, ਜਿਨ੍ਹਾਂ ਨੂੰ ਆਪਾਂ ਪਰਾਲਬਧ ਕਹਿੰਦੇ। ਪਰਾਲਬਧ ਬਣੀ ਹੈ ਪਾਪ ਪੁੰਨ ਦੋਵੇਂ ਹੀ ਸੁਮੇਲ ਕਰਕੇ। ਜਦੋਂ ਕੇਵਲ ਪੁੰਨ ਹੀ ਹੋਣ ਫਿਰ ਉਹ ਦੇਵਤੇ ਹੋ ਜਾਂਦੇ ਆ। ਪਾਪ ਤੇ ਪੁੰਨ ਦੋਵੇਂ ਮਿਸ਼ਰਤ ਹੋਣ ਫਿਰ ਮਨੁੱਖ ਕੋਟੀ ਹੁੰਦਾ ਹੈ। ਕੇਵਲ ਪਾਪ ਕਰਮ ਹੋਣ ਤੇ ਫਿਰ ਪਸ਼ੂ ਜੂਨੀ ਪ੍ਰਾਪਤ ਹੁੰਦੀ ਹੈ। ਏਦਾਂ ਇਹ ਤਿੰਨ ਕੋਟੀਆਂ ਬਣਾਈਆਂ ਜਾ ਪਸ਼ੂ ਕੋਟੀ, ਮਾਨਵ ਕੋਟੀ ਔਰ ਦੇਵ ਕੋਟੀ। ਕੇਵਲ ਪੁੰਨ ਕਰਮ ਹੋਣ ਤੇ ਦੇਵਤੇ, ਪਾਪ ਤੇ ਪੁੰਨ ਬਰਾਬਰ ਹੋਣ ਤਾਂ ਮਨੁੱਖ, ਕੇਵਲ ਪਾਪ ਹੀ ਹੋਣ ਤਾਂ ਪਸ਼ੂ ਜਾਨਵਰਾਂ ਦੀਆਂ ਜੋਨੀਆਂ, ਤ੍ਰਿਗਦ ਜੋਨੀਆਂ। ਪਾਤਸ਼ਾਹ ਕਹਿੰਦੇ ਪਾਪ ਤੇ ਪੁੰਨ ਜੀਵ ਦੇ ਕੀਤੇ ਕਰਮ ਨੇ, ਉਹਦੇ ਮੁਤਾਬਕ ਕਦੇ ਦੁੱਖ ਕਦੇ ਸੁੱਖ ਉਹ ਬਾਰ-ਬਾਰ ਜੀਵ ਨੂੰ ਪ੍ਰਾਪਤ ਹੁੰਦੇ ਨੇ। ਜਿਮ ਨਿਸ ਦਿਨ ਆਵਤ ਪੁੰਨ ਜਾਵੇ। ਕਹਿੰਦੇ ਜਿਵੇਂ ਕਦੇ ਰਾਤ ਆ ਗਈ, ਕਦੇ ਦਿਨ ਚੜ ਗਿਆ, ਫਿਰ ਰਾਤ ਆ ਗਈ, ਫਿਰ ਦਿਨ ਚੜ ਗਿਆ। ਕਹਿੰਦੇ ਇਦਾਂ ਹੀ ਜੀਵ ਨੂੰ ਕਦੇ ਸੁੱਖ ਮਿਲ ਗਿਆ, ਕਦੇ ਕੀਤੇ ਕਰਮਾਂ ਮੁਤਾਬਕ ਦੁੱਖ ਆ ਗਿਆ, ਫਿਰ ਸੁੱਖ ਆ ਗਿਆ, ਫਿਰ ਦੁੱਖ ਆ ਗਿਆ। ਸਦਾ ਇੱਕੋ ਜੀ ਰਸ ਬਿਰਤੀ ਨਹੀਂ ਰਹਿੰਦੀ। ਹਾਂਜੀ, ਰਾਉ ਰੰਕ ਕੇ ਏਕ ਸਮਾਨ। ਚਾਹੇ ਕੋਈ ਰਾਜ ਹੈ ਚਾਹੇ ਕੋਈ ਰੰਕ ਹੈ, ਸਭ ਨੂੰ ਇੱਕ ਸਮਾਨ ਹੀ ਦੁੱਖ ਸੁੱਖ ਮਹਿਸੂਸ ਹੁੰਦਾ ਹੈ। ਉਪਜਤ ਹੈ ਅਵਸ਼ਯ ਨਿਹਾਨ। ਹਰ ਇੱਕ ਨੂੰ ਆਪਣੇ ਕੀਤੇ ਕਰਮਾਂ ਦਾ ਭੋਗ ਭੋਗਣਾ ਹੀ ਪੈਣਾ, ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਭਿਖਾਰੀ ਹੈ। ਇਹ ਅਵਾਸ਼ੀ ਭੋਗਣਾ ਪਵੇਗਾ। ਸੁਖ ਹੋਏ ਹਰ ਖਾਏ ਹੰਕਾਰਤ। ਜਦੋਂ ਬੰਦੇ ਨੂੰ ਸੁੱਖ ਮਿਲਦਾ ਹੈ ਉਦੋਂ ਖੁਸ਼ ਹੋ ਕੇ ਬੜਾ ਹੰਕਾਰ ਕਰਦਾ ਹੈ। ਹੰਕਾਰ ਕਰਦਿਆਂ ਕੀ ਕਹਿੰਦਾ ਹੈ? ਅਧਿਕ ਅਹੰਤਾ ਆਪਣੀ ਧਾਰਤ। ਕਹਿੰਦਾ ਇਹ ਸੁੱਖ ਮੇਰੀ ਮਿਹਨਤ ਦਾ ਫਲ ਹੈ। ਜਦੋਂ ਕੋਈ ਸੁੱਖ ਮਿਲਦਾ ਹੈ ਹੰਕਾਰ ਕਰਦਾ ਹੈ, ਹੰਕਾਰ ਕਰਕੇ ਉਸ ਸੁੱਖ ਦੇ ਵਿੱਚ ਅਹੰਗ ਭਾਵ ਧਾਰਦਾ ਹੈ ਕਿ ਮੈਂ ਆਪਣੀ ਮਿਹਨਤ ਨਾਲੇ ਸੁੱਖ ਹਾਸਲ ਕੀਤਾ ਹੈ। ਦੁੱਖ ਕੋ ਪਾਏ ਦੀਨ ਹੋਏ ਜਾਏ। ਜਦੋਂ ਕੋਈ ਦੁੱਖ ਆਉਂਦਾ ਤੇ ਦੁੱਖ ਨੂੰ ਪ੍ਰਾਪਤ ਕਰਕੇ ਫਿਰ ਦੁਖੀ ਹੁੰਦਾ ਤੇ ਕੀ ਕਹਿੰਦਾ ਸੁਣੋ ਜੀ। ਦਿਓ ਪ੍ਰਭੂ ਨੇ ਕਹਿ ਬਿਲ ਲਾਏ। ਕਹਿੰਦਾ ਇਹ ਦੁੱਖ ਮੈਨੂੰ ਰੱਬ ਨੇ ਦਿੱਤਾ, ਪ੍ਰਭੂ ਨੇ ਦਿੱਤਾ। ਸੁੱਖ ਮਿਲੇ ਤੇ ਕਹਿੰਦਾ ਮੇਰੀ ਮਿਹਨਤ ਦਾ ਫਲ ਹੈ। ਦੁੱਖ ਆ ਕੇ ਦੁਖੀ ਹੋਵੇ ਤੇ ਕਹਿੰਦਾ ਰੱਬ ਨੇ ਦਿੱਤਾ। ਤੇ ਜੇ ਸੁੱਖ ਪਹਿਲਾਂ ਤੇਰੇ ਕੀਤੇ ਕਰਮ ਦਾ ਤੂੰ ਕਹਿੰਦਾ ਮੇਰੀ ਮਿਹਨਤ ਦਾ ਫਲ ਹੈ, ਤੇ ਫਿਰ ਇਹ ਦੁੱਖ ਵੀ ਤੇਰੀ ਮਿਹਨਤ ਦਾ ਹੀ ਫਲ ਹੈ, ਜਿਹੜੇ ਪਾਪ ਕੀਤੇ ਨੇ ਤੂੰ ਮਿਹਨਤ ਕਰ ਕਰਕੇ, ਰਾਤਾਂ ਜਾਗ ਜਾਗ ਕੇ ਭੈੜੇ ਕਰਮਾਂ 'ਚ ਪ੍ਰਵਿਰਤ ਕੀਤੀਆਂ ਨੇ, ਬਦ ਫੈਲੀਆਂ ਕੀਤੀਆਂ ਨੇ, ਫਿਰ ਇਹ ਵੀ ਤੇਰੀ ਮਿਹਨਤ ਦਾ ਹੀ ਫਲ ਹੈ। ਜੇ ਦੁੱਖ ਮਿਲਿਆ ਉਦੋਂ ਕਿਉਂ ਕਹਿਣਾ ਵੀ ਇਹ ਰੱਬ ਨੇ ਦਿੱਤਾ? ਮਹਾਰਾਜ ਜੀ ਕਹਿੰਦੇ ਮਨੁੱਖ ਦੀ ਫਿਤਰਤ ਹੈ, ਇਹ ਮਨੁੱਖ ਦਾ ਸੁਭਾਅ ਹੈ। ਈਸ਼ਵਰ ਵਿਖੇ ਆਰੋਪੈ ਦੋਸ਼। ਈਸ਼ਵਰ ਵਿੱਚ ਦੋਸ਼ ਆਰੋਪਦਾ ਕਿ ਮੈਨੂੰ ਈਸ਼ਵਰ ਨੇ ਦੁੱਖ ਦਿੱਤਾ ਹੈ। ਨਿਜ ਕਰਮਨ ਗਤ ਕੀਨੈ ਹੋਸ਼। ਆਪਣੇ ਕਰਮਾਂ ਦੀ ਹੋਸ਼ ਨਹੀਂ ਇਹਨੂੰ ਵੀ ਮੈਂ ਜੋ ਕੀਤਾ ਉਹ ਮੈਨੂੰ ਪ੍ਰਾਪਤ ਹੋ ਰਿਹਾ ਹੈ। ਆਪਣੇ ਕਰਮਾਂ ਦੀ ਹੋਸ਼ ਨਹੀਂ ਰਹਿੰਦੀ ਬੰਦੇ ਨੂੰ। ਕਿੰਨਾ ਕੁ ਚੇਤਾ ਰੱਖੇਗਾ ਮਨੁੱਖ? ਕਿਤਨੇ ਕਰਮ ਕਿਤਨੇ ਫੁਰਨੇ ਜੋ ਹੋ ਗੁਜਰੇ ਹਨ, ਚੇਤੇ ਹੀ ਨਹੀਂ ਰਹਿੰਦੇ, ਸਿਮਰਤੀ 'ਚ ਨਹੀਂ ਰਹਿੰਦੇ। ਪਰ ਉਹ ਬੀਜ ਤਾਂ ਬੀਜਿਆ ਜਾ ਰਿਹਾ ਨਾ, ਉਹ ਤਾਂ ਉੱਗਣਾ ਹੀ ਉੱਗਣਾ ਕਿਸੇ ਨਾ ਕਿਸੇ ਦਿਨ। ਤੂੰ ਬੀਜ ਕੇ ਭੁੱਲ ਗਿਆ, ਪਰ ਪਰਮੇਸ਼ਰ ਥੋੜੀ ਭੁੱਲਿਆ, ਉਹਨੇ ਤਾਂ ਉਹਨੂੰ ਫਲ ਲਾਉਣਾ ਹੀ ਲਾਉਣਾ, ਕਦੇ ਵੀ ਲੱਗ ਸਕਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਫਿਰ ਈਸ਼ਵਰ ਤੇ ਦੋਸ਼ ਲਾਉਂਦਾ ਕਿ ਮੈਨੂੰ ਈਸ਼ਵਰ ਨੇ ਦੁੱਖ ਦਿੱਤਾ। ਪ੍ਰਾਨੀ ਕਰਮ ਕਰਤ ਨਿਜ ਜਥਾ। ਇਹ ਪ੍ਰਾਣੀ ਜਿਹੋ ਜੇ ਕਰਮ ਕਰਦੇ ਨੇ, ਜਥਾ ਜੈਸੇ ਕਰਮ ਕਰਦੇ ਨੇ, ਫਲ ਦੇ ਪ੍ਰਭੂ ਦੇਖ ਕਰ ਤਥਾ। ਐਸੇ ਕਰਮ ਕਰਦੇ ਨੇ ਪ੍ਰਭੂ ਪਰਮੇਸ਼ਰ ਇਹਦੇ ਕੀਤੇ ਕਰਮਾਂ ਮੁਤਾਬਕ ਤੈਸਾ ਫਲ ਇਸ ਜੀਵ ਨੂੰ ਭੁਗਾਉਂਦਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਜਿਹੋ ਜੇ ਬੀਜ ਬੀਜਦਾ ਉਹੋ ਜੇ ਕੱਟਣੇ ਪੈਂਦੇ ਐ। ਇਹ ਕਰਮਾ ਸੰਧੜੀ ਭੂਮੀ ਹੈ। ਜਿਹੋ ਜਿਹਾ ਬੀਜ ਬੀਜ ਦਿੰਦਾ ਪ੍ਰਮਾਤਮਾ ਕਰਤਾ, ਇਹਦੇ ਕੀਤੇ ਕਰਮਾਂ ਦਾ ਫਲ ਇਹਨੂੰ ਭੁਗਤਾਉਂਦਾ ਹੈ। ਅਸੀਂ ਦੋ ਲੱਤਾਂ ਤੇ ਖੜੇ ਹਾਂ। ਦੋ ਲੱਤਾਂ ਤੇ ਖੜਿਆਂ ਦਾ ਫੈਸਲਾ ਸਾਡਾ ਹੋਣਾ ਵੀ ਅਸੀਂ ਪਹਿਲਾਂ ਸੱਜੀ ਲੱਤ ਚੁੱਕ ਕੇ ਅੱਗੇ ਧਰਨੀ ਹੈ ਜਾਂ ਸੱਜਾ ਖੱਬਾ ਪੈਰ ਚੁੱਕ ਕੇ ਅੱਗੇ ਧਰਨਾ ਹੈ।
ਇੱਕ ਪੈਰ ਚੁੱਕ ਲਈਏ, ਹੁਣ ਦੂਜਾ ਪੈਰ ਚੁੱਕਣ ਦੀ ਸਾਡੇ ਕੋਲ ਸਮਰੱਥਾ ਨਹੀਂ ਕਿ ਦੂਜਾ ਵੀ ਚੁੱਕ ਲਈਏ। ਇੱਕ ਪੈਰ ਜੇ ਇਹ ਪਹਿਲਾਂ ਸਾਡੇ ਤੇ ਨਿਰਭਰ ਹੈ ਵੀ ਅਸੀਂ ਸੱਜਾ ਪੈਰ ਚੁੱਕੀਏ ਕਿ ਖੱਬਾ ਚੁੱਕੀਏ। ਜੇ ਖੱਬਾ ਚੁੱਕ ਲਿਆ ਤੇ ਫਿਰ ਦੁਬਾਰਾ ਅਸੀਂ ਸੱਜਾ ਉਹ ਚੁੱਕ ਕੇ ਹਵਾ 'ਚ ਤਾਂ ਨਹੀਂ ਉੱਡ ਸਕਦੇ ਨਾ। ਇਸੇ ਤਰ੍ਹਾਂ ਕਰਮਾਂ ਦੀ ਚੋਣ ਕਰਨਾ ਵੀ ਇਹ ਚੰਗਾ ਹੈ ਮਾੜਾ ਹੈ, ਉਹ ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤਾ, ਬੁੱਧੀ ਦਿੱਤੀ ਹੈ, ਵਿਵੇਕ ਦਿੱਤਾ ਹੈ ਵੀ ਸੋਚ ਵੀ ਇਹ ਕਰਮ ਤੂੰ ਕਰਨ ਲੱਗਾ ਇਹ ਚੰਗਾ ਹੈ ਮਾੜਾ ਹੈ। ਹੁਣ ਉਸ ਵਕਤ ਜਿਹੜੇ ਕਰਮ 'ਚ ਅਸੀਂ ਪ੍ਰਵਿਰਤ ਹੋ ਗਏ, ਉਸ ਤੋਂ ਬਾਅਦ ਉਸ ਕਰਮ ਦਾ ਫਲ ਸਾਡੇ ਹੱਥ ਨਹੀਂ ਹੈ। ਉਸ ਕਰਮ ਦਾ ਫਲ ਫਿਰ ਪਰਮੇਸ਼ਰ ਨੇ ਸਾਨੂੰ ਭੁਗਤਾਉਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਜੇ ਕੀਤਾ ਪਾਈਏ ਆਪਣਾ, ਜੇ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਜੇ ਤੈਨੂੰ ਪਤਾ ਤੇਰਾ ਕੀਤਾ ਹੀ ਤੈਨੂੰ ਭੋਗਣਾ ਪੈਣਾ ਤੇ ਫਿਰ ਕਿਉਂ ਮਾੜੇ ਕੰਮ ਕਰਦਾ, ਕਿਉਂ ਭੈੜੇ ਕਰਮਾਂ 'ਚ ਪ੍ਰਵਿਰਤ ਹੁੰਨਾ। ਤੈਨੂੰ ਪਰਮੇਸ਼ਰ ਨੇ ਵਿਵੇਕ ਬੁੱਧੀ ਦਿੱਤੀ ਹੈ, ਉਹਦੇ ਨਾਲ ਵਿਚਾਰਵਾਨ ਹੋ ਕੇ ਵਿਚਾਰ ਕਰ। ਪਾਤਸ਼ਾਹ ਕਹਿੰਦੇ ਜੀਵ ਦਾ ਕਰਤੱਵ ਕਰਮ ਕਰਨਾ ਹੈ, ਜੀਵ ਕਰਮ ਕਰਦਾ ਹੈ। ਜੈਸੇ ਜੈਸੇ ਕਰਮ ਕਰਦਾ ਹੈ ਇਹਦੇ ਕੀਤੇ ਕਰਮਾਂ ਦੇ ਮੁਤਾਬਕ ਵੈਸਾ ਫਲ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਇਸ ਨੂੰ ਭੁਗਤਾਉਂਦਾ ਹੈ। ਸੁਖ ਦੁਖ ਜਗਤ ਨਾਥ ਕੇ ਹਾਥਾਂ। ਇਹਦੇ ਕੀਤੇ ਕਰਮਾਂ ਦੇ ਮੁਤਾਬਕ ਸੁਖ ਮਿਲਣਾ ਜਾਂ ਦੁੱਖ ਮਿਲਣਾ, ਇਹ ਸੁਖ ਤੇ ਦੁੱਖ ਜਗਤ ਦੇ ਨਾਥ ਪਰਮੇਸ਼ਰ ਦੇ ਹੱਥ 'ਚ ਹੈ। ਵਾਹਿਗੁਰੂ ਵਿਧਾਤੇ ਦੇ ਹੱਥ ਵਿੱਚ ਨੇ ਸਾਰੇ ਸੁਖ ਦੁੱਖ। ਸੁਮਤ ਲਖੇ ਦੋਸ਼ਨ ਨਿਜ ਸਾਥਾ। ਜਿਹੜੇ ਸੁਮਤਵਾਨ ਸਿਆਣੇ ਨੇ ਉਹ ਇਹ ਸਮਝ ਲੈਂਦੇ ਨੇ ਵੀ ਮੇਰੇ ਆਪਣੇ ਕੀਤੇ ਕਰਮਾਂ ਤੇ ਦੋਸ਼ਾਂ ਦਾ ਇਹ ਫਲ ਹੈ। ਦੋਇਨ ਮੈਂ ਪ੍ਰਭ ਕੋ ਸਿਮਰੰਤੇ। ਜਿਹੜੇ ਸੁਮਤਵਾਨ ਨੇ ਉਹ ਦੋਨਾਂ ਅਵਸਥਾਵਾਂ ਵਿੱਚ ਦੁੱਖ ਆਵੇ ਚਾਹੇ ਸੁੱਖ ਆਵੇ, ਦੋਨਾਂ ਵਿੱਚ ਇੱਕ ਪਰਮੇਸ਼ਰ ਦਾ ਸਿਮਰਨ ਕਰਦੇ ਹੈ। ਦੋਇਨ ਮੈਂ ਪ੍ਰਭ ਕੋ ਸਿਮਰੰਤੇ। ਉਹ ਕਹਿੰਦੇ ਹੇ ਪ੍ਰਭੂ ਜੇ ਦੁੱਖ ਆਵੇ ਤਾਂ ਵੀ ਤੈਨੂੰ ਅਰਾਧਾਂ, ਜੇ ਸੁੱਖ ਆਵੇ ਤੇ ਤਾਂ ਵੀ ਤੈਨੂੰ ਧਿਆਵਾਂ। ਜੇ ਸੁਖ ਦੇਹੇ ਹੇ ਪ੍ਰਭੂ ਜੇ ਤੂੰ ਸੁਖ ਦੇਵੇਂ ਤਾਂ ਤੈਨੂੰ ਅਰਾਧਾਂ, ਦੁੱਖ ਪੇ ਤੁਝੈ ਧਿਆਈ। ਜੇ ਦੁੱਖ ਦੇਵੇ ਤੇ ਦੁੱਖ ਵਿੱਚ ਵੀ ਤੈਨੂੰ ਅਰਾਧਾਂ, ਤੈਨੂੰ ਧਿਆਵਾਂ। ਦੁੱਖ ਤੇ ਸੁੱਖ ਵਿੱਚ ਇੱਕ ਨਿਰੰਕਾਰ ਦੀ ਆਰਾਧਨਾ ਕਰਦੇ ਨੇ ਜਿਹੜੇ ਸਮਤਵਾਨ ਪੁਰਸ਼ ਨੇ। ਹਾਂਜੀ, ਜਾਣੇ ਕਰਮਨ ਫਲ ਉਪਜੰਤੇ। ਔਰ ਇਹ ਜਾਣਦੇ ਨੇ ਕਿ ਹੇ ਪ੍ਰਭੂ ਇਹ ਜਿੰਨੇ ਵੀ ਸੁੱਖ ਦੁੱਖ ਮੈਨੂੰ ਪ੍ਰਾਪਤ ਹੋ ਰਹੇ ਨੇ ਇਹ ਮੇਰੇ ਕੀਤੇ ਕਰਮਾਂ ਦਾ ਫਲ ਹੈ। ਜੇ ਭੁਖ ਦੇਹ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਹੇ ਪ੍ਰਭੂ ਇਹ ਮੇਰੇ ਕੀਤੇ ਕਰਮਾਂ ਦਾ ਹੀ ਫਲ ਹੈ। ਤਿਸ ਕੋ ਪੁਰਖਨ ਮੈਂ ਕਹਿ ਧੀਰਾ। ਜਿਹੜੇ ਇਹੋ ਜਿਹੇ ਪੁਰਸ਼ ਨੇ ਉਹਨਾਂ ਨੂੰ ਧੀਰਜੀ ਪੁਰਸ਼ ਕਹਿੰਦੇ ਆ, ਜਿਹੜੇ ਦੁੱਖ ਸੁੱਖ ਵਿੱਚ ਇੱਕ ਸਮਾਨ ਬਿਰਤੀ ਰੱਖ ਕੇ ਪਰਮੇਸ਼ਰ ਨੂੰ ਧਿਆਉਂਦੇ ਨੇ ਔਰ ਦੁੱਖਾਂ ਸੁੱਖਾਂ ਨੂੰ ਆਪਣੇ ਕੀਤੇ ਕਰਮਾਂ ਦਾ ਹੀ ਭੋਗ ਸਮਝਦੇ ਨੇ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਮਨੁੱਖ ਇਸ ਸੰਸਾਰ ਵਿੱਚ ਧੀਰਜੀ ਮਨੁੱਖ ਕਹੇ ਜਾਂਦੇ ਹਨ। ਪਰਮੇਸ਼ਰ ਕੋ ਲਖੇ ਗਹੀਰਾ। ਪਾਰ ਬ੍ਰਹਮ ਪਰਮੇਸ਼ਰ ਨੂੰ ਗਹੀਰਾ ਡੂੰਘਾ ਅਹਿਲ ਜਾਣਦੇ ਨੇ। ਸੁਨ ਕੈ ਗੁਰ ਕੇ ਬਚ ਸੁਖ ਸਾਰ। ਸਤਿਗੁਰੂ ਜੀ ਦੇ ਬਚਨ ਸਾਰ ਸੁਖ ਪੈਦਾ ਕਰਦੇ। ਐਸੇ ਬਚਨ ਜਦੋਂ ਇਹਨਾਂ ਖਹਿਰੇ ਜ਼ਿਮੀਂਦਾਰਾਂ ਨੇ ਸੁਣੇ, ਪੁਨੈ ਪਨੀ ਪਰਖਾ ਕ੍ਰਿਖਿਕਾਰ। ਬੜਾ ਔਖਾ ਭਾਰਾ ਜਿਹਾ ਹੋ ਕੇ ਬੋਲੇ ਮੂਰਖ। ਪਰਖਾ ਕਹਿੰਦੇ ਨੇ ਕੜਵੇ ਕੜਵੇ ਬੋਲ। ਉਹ ਬੋਲ ਫਿਰ ਬੋਲੇ ਸਤਿਗੁਰਾਂ ਨੂੰ, ਕੋ ਕਬ ਸੁਨੇ ਨਾ ਗਿਆਨ ਤੁਮਾਰ। ਕਹਿੰਦੇ ਜੀ ਅਸੀਂ ਤੁਹਾਡਾ ਗਿਆਨ ਨਹੀਂ ਸੁਣਨ ਆਏ। ਇਹਨੂੰ ਕਹਿੰਦੇ ਆ ਮੂਰਖ ਮੰਡਲੀ। ਮੂਰਖ ਨੂੰ ਤੁਸੀਂ ਜਿੰਨਾ ਮਰਜ਼ੀ ਗਿਆਨ ਸਿਖਾਓ ਨਹੀਂ ਸਿੱਖਦਾ। ਅੰਨੇ ਨੂੰ ਸ਼ੀਸ਼ਾ ਵਿਖਾਈ ਜਾਓ, ਉਹਨੇ ਥੋੜੀ ਵੇਖਣਾ ਵੀ ਸ਼ੀਸ਼ੇ 'ਚ ਮੇਰੀ ਸ਼ਕਲ ਕਿਹੋ ਜਿਹੀ ਦਿੰਦੀ ਹੈ। ਮੂਰਖਾਂ ਨੂੰ ਗਿਆਨ ਦੇਣ ਦੀ ਲੋੜ ਹੀ ਨਹੀਂ। ਪਾਤਸ਼ਾਹ ਨੇ ਯਤਨ ਕੀਤਾ ਵੀ ਇਹਨਾਂ ਨੂੰ ਸਮਝਾਈਏ, ਪਰ ਗੁਰਦੇਵ ਜਾਣਦੇ ਸਨ ਵੀ ਇਹ ਸਮਝਣ ਵਾਲੀ ਜਿਰਸ ਨਹੀਂ, ਏਦਾਂ ਨਹੀਂ ਸਮਝਣਾ ਇਹਨਾਂ ਨੇ।
ਇਹ ਅੱਗੋਂ ਸਗੋਂ ਔਖੇ ਭਾਰੇ ਹੋ ਕੇ ਬੋਲੇ। ਮਹਾਰਾਜ ਜੀ ਨੂੰ ਕਹਿੰਦੇ ਅਸੀਂ ਤੁਹਾਡਾ ਗਿਆਨ ਨਹੀਂ ਜੇ ਸੁਣਨ ਆਏ। ਮਤ ਸਭ ਕੋ ਤੁਮ ਨਿਕਸ ਸਿਧਾਰੋ। ਸਾਡਾ ਸਾਰਿਆਂ ਦਾ ਮਤ ਹੈ ਕਿ ਤੁਸੀਂ ਇੱਥੋਂ ਨਿਕਲਦੇ ਬਣੋ, ਚੱਲਦੇ ਬਣੋ, ਇਹ ਨਗਰ ਛੱਡੋ ਔਰ ਇੱਥੋਂ ਨਿਕਲਦੇ ਬਣੋ। ਨਾਏ ਤਾਂ ਗਹਿ ਕੈ ਬਾਹਾਂ ਤੁਮਾਰੀ। ਜੇ ਨਹੀਂ ਜਾਂਦੇ ਤੇ ਫਿਰ ਸਾਨੂੰ ਦੂਜਾ ਕੰਮ ਕਰਨਾ ਪਵੇਗਾ, ਤੁਹਾਡੀ ਬਾਹ ਫੜਨੀ ਪਏਗੀ ਤੇ ਤੁਹਾਡੀ ਬਾਹ ਫੜ ਕੇ ਤੂਰਨ ਬਲ ਕਰ ਦੇਹ ਨਿਕਾਰੀ। ਤੇ ਬਾਹ ਫੜ ਕੇ ਤੁਹਾਨੂੰ ਧੂ ਕੇ ਲੈ ਜਾਵਾਂਗੇ ਤੇ ਆਪਣੇ ਬਲ ਨਾਲ ਤੁਹਾਨੂੰ ਫਿਰ ਇਸ ਨਗਰ ਚੋਂ ਕੱਢਾਂਗੇ। ਆਪਣੇ ਆਪ ਚਲੇ ਜੋ ਚੰਗੀ ਗੱਲ ਹੈ, ਨਹੀਂ ਤਾਂ ਤੁਹਾਡੀ ਬਾਹ ਫੜ ਕੇ ਬਲ ਨਾਲ ਖਿੱਚ ਕੇ ਤੁਹਾਨੂੰ ਨਗਰ ਚੋਂ ਕੱਢਾਂਗੇ। ਤਪੇ ਬਖਾਨਿਓ ਹਟੇ ਸੁਨਾਈ। ਸਾਡੇ ਤਪੇ ਨੇ ਸਾਨੂੰ ਇਹ ਗੱਲ ਕਹੀ ਆ, ਅਸੀਂ ਹਟਣਾ ਨਹੀਂ, ਅਸੀਂ ਆਪਣੇ ਤਪੇ ਦਾ ਆਖਾ ਮੰਨਣਾ, ਤੁਹਾਨੂੰ ਇੱਥੋਂ ਕੱਢਣਾ ਹੀ ਕੱਢਣਾ। ਬਾतें ਆਨ ਬਣਾਵੋ ਕਾਈ। ਤੁਸੀਂ ਹੁਣ ਸਾਡੇ ਸਾਹਮਣੇ ਕੋਈ ਹੋਰ ਗੱਲਾਂ ਹੋਰ ਬਾਤਾਂ ਨਾ ਬਣਾਓ, ਅਸੀਂ ਇਹ ਤੁਹਾਡੀ ਗਿਆਨ ਚਰਚਾ ਨਹੀਂ ਸੁਣਨੀ। ਜਿਹੜੇ ਸਾਹਿਬ ਨੂੰ ਕੱਢਣ ਆਏ ਉਹਨਾਂ ਦਾ ਅੱਜ ਥੋ ਟਿਕਾਣਾ ਨਹੀਂ ਪਿਆ ਦਿਸਦਾ। ਖਡੂਰ ਸਾਹਿਬ ਤੇ ਦੀਨ ਦੁਨੀਆ ਦੇ ਮਾਲਕ ਅੱਜ ਵੀ ਖਡੂਰ ਸਾਹਿਬ 'ਚ ਬੈਠੇ ਬੇਅੰਤ ਜੀਵਾਂ ਦੀ ਕਲਿਆਣ ਕਰਦੇ ਹਾਜ਼ਰ ਹੀ ਨੇ। ਮਹਾਰਾਜ ਸੱਚੇ ਪਾਤਸ਼ਾਹ ਕਿਤੇ ਗਏ ਥੋੜੀ ਹੈ। ਸਤਿ ਸ੍ਰੀ ਅਕਾਲ। ਸਦਾ ਵਾਸਤੇ ਸਥਿਤ ਨੇ ਸਤਿਗੁਰੂ। ਕਹਿਣ ਲੱਗੇ ਜੇ ਨਹੀਂ ਜਾਂਦੇ ਤੇ ਆਪਣੇ ਬਲ ਨਾਲ ਤੁਹਾਡੀ ਬਾਹ ਫੜ ਕੇ ਖਿੱਚ ਕੇ ਲੈ ਕੇ ਜਾਵਾਂਗੇ। ਸ਼੍ਰੀ ਅੰਗਦ ਸੁਨ ਬੋ ਬਿਕਸਾਨੇ। ਮਹਾਰਾਜ ਜੀ ਹੱਸ ਪਏ ਨਾ ਵੱਲ ਵੇਖ ਕੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਆਣੇ ਪੁਰਸ਼ ਨੂੰ ਮੂਰਖਾਂ ਦੀ ਮੂਰਖਤਾ ਹੀ ਵੇਖ ਕੇ ਹਾਸੀ ਆਉਂਦੀ ਹੈ, ਤਰਸ ਆਉਂਦਾ। ਮਹਾਰਾਜ ਜੀ ਨੂੰ ਤਰਸ ਹੀ ਆਇਆ ਇਹਨਾਂ ਤੇ, ਹਾਸੀ ਆਈ। ਮਹਾਰਾਜ ਜੀ ਬਿਕਸਾਨੇ ਦਾ ਮਤਲਬ ਹੈ ਹੱਸ ਪਏ। ਬੁੱਢੇ ਸੋ ਅਸਬਾਕ ਬਖਾਨੇ। ਬਾਬਾ ਬੁੱਢਾ ਸਾਹਿਬ ਜੀ ਕੋਲ ਬੈਠੇ ਸੀ। ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਉਠਵਾਵੋ ਪਰੇ ਅੰਕ ਹਮਾਰੋ। ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਜੀ ਸਾਡਾ ਪਲਗਾ ਚਕਾਓ ਇੱਥੋਂ, ਔਰ ਇਸ ਜਗ੍ਹਾ ਤੋਂ ਸਾਡਾ ਪਲਗਾ ਚਕਾ ਕੇ ਹਮ ਤੇ ਇਨਕੋ ਹੋਤ ਬਿਗਾਰ। ਲੈ ਚੱਲੋ ਹੋਰ ਪਾਸੇ, ਸਾਡੇ ਇੱਥੇ ਰਹਿੰਦੇ ਆ ਇਹਨਾਂ ਦਾ ਵਿਗਾੜ ਹੁੰਦਾ। ਮਹਾਰਾਜ ਜੀ ਹੱਸਦੇ ਹੱਸਦੇ ਕਹਿੰਦੇ, ਮਹਾਰਾਜ ਕਹਿੰਦੇ ਸਾਡੇ ਇੱਥੇ ਰਹਿੰਦੇ ਆ ਇਹਨਾਂ ਦਾ ਨੁਕਸਾਨ ਹੁੰਦਾ, ਇਹਨਾਂ ਦਾ ਵਿਗਾੜ ਹੁੰਦਾ। ਜੰਗਲ ਮੈਂ ਇੱਕ ਡੀਹੀ ਪੁਰਾਨੀ। ਜੰਗਲ ਦੇ ਵਿੱਚ ਇੱਕ ਪੁਰਾਣੀ ਝਿੜੀ ਹੈ ਬਾਹਰਲੇ ਪਾਸੇ। ਖਾਨ ਰਜਾਦਾ ਨਾਮ ਬਖਾਨੀ। ਜਿਸ ਨੂੰ ਖਾਨ ਰਜਾਦੇ ਦੀ ਥਾਂ ਕਹਿੰਦੇ। ਖਾਨ ਰਜਾਦਾ ਪਿੰਡ ਆ, ਉੱਥੇ ਅੱਜ ਕੱਲ ਖਾਨ ਛਾਪਰੀ ਮਹਾਰਾਜ ਜੀ ਦਾ ਸਥਾਨ ਹੈ। ਉੱਥੇ ਪੰਜਵੇਂ ਪਾਤਸ਼ਾਹ ਨੇ ਵੀ ਚਰਨ ਪਾਏ, ਛੇਵੇਂ ਪਾਤਸ਼ਾਹ, ਤੀਸਰੇ ਪਾਤਸ਼ਾਹ, ਦੂਜੇ 4 ਪਾਤਸ਼ਾਹੀਆਂ ਨੇ ਚਰਨ ਪਾਏ। ਵੇਖੋ ਜੰਗਲ ਨੂੰ ਮੰਗਲ ਲੱਗਣੇ ਸੀ। ਉਹ ਜਗ੍ਹਾ ਦੇ ਖਰੇ ਉਪਕਾਰ ਕਰਦੀ ਹੋਵੇ, ਮਹਾਰਾਜ ਮੈਨੂੰ ਵੀ ਭਾਗਸ਼ਾਲੀ ਬਣਾਓ, ਤੇ ਸਾਰੀ ਖੇਡ ਪਾਤਸ਼ਾਹ ਨੇ ਰਚਣੀ ਸੀ। ਮਹਾਰਾਜ ਜੀ ਕਹਿੰਦੇ ਉਹ ਖਾਨ ਰਜਾਦੇ ਨਗਰ ਦੀ ਜਗ੍ਹਾ ਹੈ, ਜੰਗਲ ਵਿੱਚ ਇੱਕ ਪੁਰਾਣੀ ਝਿੜੀ ਹੈ। ਚਲੋ ਤਾਂ ਹਮ ਰਹੇ ਇਕਾਂਤ। ਉੱਥੇ ਜਿਹਾ ਬਣਿਆ ਹੋਇਆ, ਚਲੋ ਉੱਥੇ ਲੈ ਚਲੋ ਸਾਡਾ ਪਲਗਾ। ਮਹਾਰਾਜ ਜੀ ਕਹਿੰਦੇ ਉੱਥੇ ਇਕਾਂਤ ਵਿੱਚ ਜਾ ਕੇ ਬੈਠਾਂਗੇ। ਸ਼ੁਭਦ ਇਕੰਤੇ ਸੰਤ ਮਹੰਤ। ਨਾਲੇ ਬਾਬਾ ਬੁੱਢਾ ਜੀ ਜਿਹੜੇ ਸੰਤ ਮਹੰਤ ਹੁੰਦੇ ਆ ਇਕਾਂਤ ਵਿੱਚ ਬੈਠੇ ਜ਼ਿਆਦਾ ਸ਼ੋਭਦੇ ਆ। ਸਗੋਂ ਜੇ ਇਕਾਂਤ ਮਿਲ ਜੇ ਨਾ ਉਹਨਾਂ ਨੂੰ, ਰੱਬ ਦੇ ਪਿਆਰਿਆਂ ਸੰਤਾਂ ਮਹੰਤਾਂ ਨੂੰ, ਉਹ ਜ਼ਿਆਦਾ ਖੁਸ਼ ਹੁੰਦੇ ਆ, ਜ਼ਿਆਦਾ ਖੇੜੇ ਚ ਹੁੰਦੇ ਆ ਇਕਾਂਤ ਵਿੱਚ। ਤੇ ਚਲੋ ਉੱਥੇ ਇਕਾਂਤ ਵਿੱਚ ਕੁਝ ਸਮਾਂ ਬਤੀਤ ਕਰਾਂਗੇ। ਸੁਣ ਕੇ ਸਭ ਸਿੱਖਨ ਮਨ ਜਾਨਾ। ਸੁਣ ਕੇ ਜਿੰਨੇ ਸਿੱਖ ਸੀ ਗੁਰੂ ਸਾਹਿਬ ਦੇ ਲਾਗੇ ਬੈਠੇ ਸਭ ਨੇ ਜਾਣਿਆ। ਤਪੇ ਅਸੂਇਕ ਦੁਸ਼ਟ ਬਖਾਨਾ। ਜਿਹੜਾ ਇਹ ਤਪਾ ਹੈ ਖਡੂਰ ਸਾਹਿਬ ਵਾਲਾ ਮਲੇਛ ਪਾਪੀ, ਇਹ ਸਤਿਗੁਰਾਂ ਨਾਲ ਦੁਸ਼ਮਣੀ ਕਰਦਾ। ਸਤਿਗੁਰੂ ਜੀ ਦੇ ਨਾਲ ਅਸ਼ੂਇਕ ਕਹਿੰਦੇ ਨੇ ਈਰਖਾ ਕਰਦਾ। ਰਾਹਕ ਮੂਰਖ ਲਖੇ ਨਾ ਕੈਸੇ। ਆ ਜ਼ਿਮੀਂਦਾਰ ਉਸ ਤਪੇ ਦੇ ਆਖੇ ਲੱਗ ਗਏ ਮੂਰਖ। ਇਹਨਾਂ ਨੇ ਸਤਿਗੁਰਾਂ ਦੀ ਮਹਿਮਾ ਨਹੀਂ ਜਾਣੀ, ਇਹ ਨਹੀਂ ਜਾਣਿਆ ਵੀ ਉਹ ਇਹਨਾਂ ਦਾ ਉੱਲੂ ਬਣਾਈ ਜਾਂਦਾ।
ਉਹ ਇਹਨਾਂ ਦਾ ਮੂਰਖ ਬਣਾਈ ਜਾਂਦਾ ਹੈ। अगी ईरखा ठाने जैसे ਇਹ ਪਾਪੀ ਹੋਏ ਈਰਖਾ ਕਰ ਰਹੇ ਨੇ। अपर उपाव बनत कुछ नाई। ਕਹਿੰਦੇ ਹੁਣ ਹੋਰ ਤਾਂ ਕੋਈ ਉਪਾਅ ਨਹੀਂ ਬਣਦਾ, ਕਿਉਂਕਿ ਗੁਰੂ ਸਾਹਿਬ ਨੇ ਆਗਿਆ ਕਰ ਦਿੱਤੀ ਵੀ ਪਲੰਘਾ ਇੱਥੋਂ ਚੁੱਕ ਕੇ ਲੈ ਚੱਲੀਏ। ਤੇ ਜੇ ਸਤਿਗੁਰੂ ਜੀ ਇਹ ਨਾ ਕਹਿੰਦੇ ਤੇ ਅਸੀਂ ਕੋਈ ਹੋਰ ਉਪਾਅ ਚਿਤਵ ਲੈਂਦੇ, ਪਰ ਹੁਣ ਕੋਈ ਹੋਰ ਉਪਾਅ ਨਹੀਂ ਦਿਸਦਾ। निकसे चले आन थल माई। ਸਤਿਗੁਰੂ ਜੀ ਆਪ ਹੀ ਕਹਿ ਰਹੇ ਨੇ ਵੀ ਇੱਥੋਂ ਨਿਕਲ ਕੇ ਕਿਸੇ ਹੋਰ ਜਗ੍ਹਾ ਤੇ ਚੱਲੀਏ। करें देर बिगड़े मत मंदे। ਇਹ ਹੁਣ ਅਸੀਂ ਇੱਥੇ ਦੇਰੀ ਕੀਤੀ ਤੇ ਮੂਰਖਤਾ ਪਹਿਲਾਂ ਹੀ ਹੱਠ ਕਰੀ ਬੈਠੇ ਨੇ। ਕਹਿੰਦੇ ਅਸੀਂ ਜ਼ੋਰ ਜ਼ਬਰਦਸਤੀ ਕਰਾਂਗੇ, ਫਿਰ ਇੱਥੇ ਮਾਹੌਲ ਵਿਗਾੜ ਹੋਵੇਗਾ। ਇਸ ਕਰਕੇ ਸਿੱਖਾਂ ਨੇ ਵੀ ਵਿਚਾਰ ਕੀਤੀ ਵੀ ਗੁਰੂ ਸਾਹਿਬ ਦੀ ਆਗਿਆ ਨੂੰ ਪਾਲੀਏ। महामूड मिल जे हैं बृंदे। ਇਹ ਮੂਰਖ ਇਕੱਠੇ ਹੋ ਜਾਣਗੇ, ਇੱਥੇ ਕਿਸੇ ਪ੍ਰਕਾਰ ਦੀ ਆਪ ਹੁਦਰੀ ਕਰਨਗੇ। लख अजतन निकसन ही चाह। ਇਸ ਕਰਕੇ ਹੁਣ ਕੋਈ ਹੋਰ ਯਤਨ ਕਰਨ ਦੀ ਬਜਾਏ ਇੱਥੋਂ ਨਿਕਲ ਜਾਣਾ ਹੀ ਚੰਗਾ ਹੈ, ਭਲਾ ਹੈ। चले वैर को सो थल जहां। ਉੱਥੇ ਚੱਲੀਏ ਜਿੱਥੇ ਸਤਿਗੁਰੂ ਜੀ ਕਹਿ ਰਹੇ ਨੇ ਜਾਣ ਨੂੰ, ਵੀ ਉਹ ਖਾਨ ਛਾਪਰੀ ਵਾਲੀ ਜਿਹੜੀ ਜਗ੍ਹਾ ਹੈ ਖਾਨ ਰਜਾਦੇ ਦੀ, ਉੱਥੇ ਹੈ ਪੁਰਾਣਾ ਝਿੜੀ ਜੀ ਆ, ਉੱਥੇ ਜਾਣ ਨੂੰ ਕਹਿੰਦੇ ਆ ਸਤਿਗੁਰੂ, ਉੱਥੇ ਚੱਲੀਏ। कृख कारण सो निकसत कयो। ਜਿਹੜੇ ਕ੍ਰਿਖੀਕਾਰ ਸਨ ਉਹ ਜ਼ਿਮੀਂਦਾਰ, ਉਹਨਾਂ ਨੂੰ ਜਾਣ ਵੇਲੇ ਸਾਹਿਬ ਕਹਿਣ ਲੱਗੇ, हमरे बास जे तुम दुख लहियो। ਬਾਦਸ਼ਾਹ ਉੱਠ ਕੇ ਚੱਲ ਪਏ ਤੇ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਕਹਿੰਦੇ ਜ਼ਿਮੀਂਦਾਰਾਂ ਨੂੰ, ਮਹਾਰਾਜ ਜੀ ਕਹਿੰਦੇ ਸਾਡੇ ਇੱਥੇ ਰਹਿੰਦਿਆਂ ਤੁਹਾਨੂੰ ਦੁੱਖ ਲੱਗਦਾ ਹੈ, ਸਾਡੇ ਇੱਥੇ ਵਸਦਿਆਂ ਤੁਸੀਂ ਦੁਖੀ ਹੁੰਦੇ ਹੋ। तो हम जाएं अपर थल रहे। ਅਸੀਂ ਤੁਹਾਨੂੰ ਕਾਹਨੂੰ ਦੁਖੀ ਕਰਨਾ, ਇੱਥੇ ਰਹਿ ਕੇ ਅਸੀਂ ਕਿਸੇ ਹੋਰ ਥਾਂ ਚਲੇ ਜਾਂਦੇ ਹਾਂ। ਵੇਖੋ ਪਰਮ ਦਿਆਲੂ ਕਿਰਪਾਲੂ ਸਤਿਗੁਰੂ ਕੌਣ ਐਸੀ ਅਵਸਥਾ ਦਾ ਧਾਰਨੀ ਹੈ, ਜਰ ਨੂੰ ਜਰ ਲੈਣ ਦੇ ਮਾਲਕ ਨੇ ਸਤਿਗੁਰੂ। ਗਰੀਬ ਨਵਾਜ ਸਾਹਿਬ ਕਹਿਣ ਲੱਗੇ ਵੀ ਸਾਡੇ ਇੱਥੇ ਰਹਿੰਦਿਆਂ ਤੁਸੀਂ ਦੁਖੀ ਹੁੰਦੇ ਹੋ ਤੇ ਅਸੀਂ ਇੱਥੋਂ ਚੱਲਿਆ ਕਿਸੇ ਹੋਰ ਥਾਂ ਜਾ ਕੇ ਟਿਕਾਣਾ ਕਰਾਂਗੇ। ग्राम दुखी क्यों कर बेचहें। ਅਸੀਂ ਤੁਹਾਡਾ ਪਿੰਡ ਕਿਉਂ ਦੁਖੀ ਕਰੀਏ। जितक सिख ले संग सिधारे। ਮਹਾਰਾਜ ਜੀ ਦੇ ਨਾਲ ਜਿਹੜੇ ਸਿੱਖ ਸੇਵਕ ਸਨ ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਨੇ ਨਾਲ ਲਿਆ ਤੇ ਚੱਲ ਪਏ। चले पिछारी गुरु अगारे। ਸਤਿਗੁਰੂ ਜੀ ਸਭ ਤੋਂ ਮੂਹਰੇ ਮੂਹਰੇ ਅੱਗੇ ਅੱਗੇ ਟੁਰੇ ਜਾ ਰਹੇ ਨੇ, ਬਾਕੀ ਜਿਤਨੇ ਸਿੱਖ ਸਤਿਗੁਰਾਂ ਦੇ ਪਿੱਛੇ ਚਲੇ ਜਾ ਰਹੇ ਨੇ। 14 ਲੋਕਨ ਥਾਪੇ ਉਥਾਪੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। 14 ਲੋਕਾਂ ਨੂੰ ਥਾਪ ਕੇ ਬਣਾ ਕੇ ਇੱਕ ਅੱਖ ਦੇ ਫੋਰ 'ਚ ਸਭ ਨੂੰ ਸਮਾਪਤ ਕਰਨ ਦੀ ਤਾਕਤ ਦੇ ਮਾਲਕ ਨੇ ਗੁਰੂ ਅੰਗਦ ਸਾਹਿਬ। ਇਹ 14 ਲੋਕ ਇੱਕ ਅੱਖ ਦੇ ਫੋਰ 'ਚ ਥਾਪਦੇ ਐ ਔਰ ਚਾਹਣ ਇੱਕ ਅੱਖ ਦੇ ਫੋਰ 'ਚ ਹੀ ਸਭ ਕੁਝ ਲੈ ਕਰ ਸਕਦੇ ਹਨ। ਤੋ ਛਿਮਾ ਨਿਦ ਪਰਮ ਅਮਾਪੇ। ਕਹਿੰਦੇ ਫਿਰ ਵੀ ਛਿਮਾ ਨਿਧ ਹੋ ਕੇ ਇਹਨਾਂ ਨੂੰ ਛਿਮਾ ਕਰਦਿਆਂ ਹੋਇਆਂ ਛਿਮਾ ਦੇ ਖਜ਼ਾਨੇ ਬਣ ਕੇ ਪਰਮ ਅਮਾਪੇ, ਜਿਨ੍ਹਾਂ ਨੂੰ ਮਾਪਿਆ ਨਹੀਂ ਜਾ ਸਕਦਾ, ਮਿਣਿਆ ਤੋਲਿਆ ਨਹੀਂ ਜਾ ਸਕਦਾ, ਉਹ ਜਾ ਰਹੇ ਨੇ। ਗਮਨਤ ਪਹੁੰਚੇ ਕੇਤਕ ਦੂਰੇ। ਚੱਲ ਕੇ ਕੁਝ ਪੈਂਡਾ ਤੈਅ ਕਰਕੇ ਪਾਤਸ਼ਾਹ ਉਸ ਜਗ੍ਹਾ ਤੇ ਪਹੁੰਚੇ। ਕਰਿਓ ਜਾਏ ਡੇਰਾ ਗੁਰਪੂਰੇ। ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਾਨ ਛਾਪਰੀ ਵਾਲੀ ਜਗ੍ਹਾ ਤੇ ਆਣ ਕੇ ਡੇਰਾ ਕੀਤਾ। ਸਿੱਖ ਸਮੀਪ ਬੈਠ ਗਏ ਤਹਾਂ। ਔਰ ਮਹਾਰਾਜ ਜੀ ਦੇ ਸੇਵਕ ਸਿੱਖ ਉਹ ਸਤਿਗੁਰੂ ਜੀ ਦੇ ਪਾਸ ਆਣ ਕੇ ਬੈਠ ਗਏ। ਇਕ ਰਸ ਰਿਦਾ ਸ਼ਾਂਤ ਨਿਤ ਮਹਾ। ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦਾ ਸਦਾ ਇੱਕ ਰਸ ਹਿਰਦਾ ਹੈ, ਸਦਾ ਇੱਕ ਰਸ ਹਿਰਦਾ, ਸ਼ਾਂਤ ਅਵਸਥਾ। ਜਿਵੇਂ ਖਡੂਰ ਸਾਹਿਬ 'ਚ ਬੈਠਿਆਂ ਸੀ ਉਸੇ ਤਰ੍ਹਾਂ ਇੱਥੇ ਜੰਗਲ 'ਚ ਆ ਕੇ ਝਿੜੀ 'ਚ ਥੇ 'ਚ ਬਹਿ ਗਏ ਨੇ। ਇੱਥੇ ਵੀ ਉਸੇ ਤਰ੍ਹਾਂ ਦੀ ਅਵਸਥਾ, ਕੋਈ ਮਨ 'ਚ ਫਰਕ ਨਹੀਂ ਪਿਆ। ਹਿਰਦੇ ਦੀ ਅਵਸਥਾ ਇੱਕ ਸਮਾਨ ਟਿਕੀ ਹੋਈ ਹੈ। ਜਹਾਂ ਜਾਏ ਬੈਠੇ ਤੈ ਜੰਗਲ। ਇੱਥੇ ਜਾ ਕੇ ਬੈਠੇ ਸਨ ਸਤਿਗੁਰੂ, ਪੂਰਾ ਜੰਗਲ ਹੀ ਸੀ, ਪਿੰਡ ਵੀ ਨਹੀਂ ਸੀ ਨੇੜੇ ਤੇੜੇ।
ਜੰਗਲ ਦਾ ਇਲਾਕਾ ਸੀ ਸਾਰਾ। ਸਤਿਗੁਰ ਪਗ ਤੇ ਪਾਥਲ ਮੰਗਲ। ਕਹਿੰਦੇ ਜੰਗਲ ਸੀ, ਥੇ ਸੀ, ਸਤਿਗੁਰਾਂ ਦੇ ਚਰਨ ਪੈਂਦਿਆਂ ਹੀ ਉਸ ਥਾਂ ਤੇ ਜਿੱਥੇ ਜੰਗਲ ਸੀ ਉੱਥੇ ਮੰਗਲ ਹੋ ਗਏ। ਮੰਗਲ ਦਾ ਮਤਲਬ ਹੁੰਦਾ ਖੁਸ਼ੀਆਂ, ਖੇੜਾ। ਉਹ ਧਰਤੀ ਵੀ ਖੇੜੇ 'ਚ ਆ ਗਈ, ਵਿਗਾਸ ਵਿੱਚ ਆ ਗਈ। ਕਹਿੰਦੇ ਮੰਗਲ ਲੱਗ ਗਏ ਜੰਗਲ ਵਿੱਚ। ਸਭ ਮੰਗਲ ਕੇ ਗੁਰ ਇਸ ਥਾਨ। ਜਿੰਨੇ ਮੰਗਲ ਨੇ ਖੁਸ਼ੀਆਂ, ਉਹਨਾਂ ਮੰਗਲਾਂ ਦੇ ਸੁਆਮੀ, ਉਹਨਾਂ ਖੁਸ਼ੀਆਂ ਦੇ ਸੁਆਮੀ ਜਦੋਂ ਖੁਦ ਗੁਰੂ ਅੰਗਦ ਦੇਵ ਸਾਹਿਬ ਜਿੱਥੇ ਆ ਕੇ ਬਹਿ ਜਾਣ, ਉੱਥੇ ਭਲਾ ਮੰਗਲ ਕਿਉਂ ਨਾ ਹੁੰਦੇ। ਉੱਥੇ ਤਾਂ ਮੰਗਲ ਵਰਤਣੇ ਹੀ ਸੀ। ਮੰਗਲ ਸਾਜ ਭਇਆ, ਕਹਿੰਦੇ ਸਾਰੇ ਮੰਗਲਾਂ ਦਾ, ਖੁਸ਼ੀਆਂ ਦਾ ਆਰੰਭ ਹੋ ਗਿਆ। ਕਿਉਂ ਨੈ ਹੋਏ ਤੈ ਜਹ ਭਗਵਾਨ। ਕਹਿੰਦੇ ਜੇ ਮੰਗਲਾਂ ਦੇ ਸੁਆਮੀ ਆਣ ਕੇ ਬਹਿ ਜਾਣ ਜਿੱਥੇ, ਉੱਥੇ ਮੰਗਲ ਕਿਉਂ ਨਾ ਹੋਣ। ਜਿੱਥੇ ਆਪ ਭਗਵਾਨ ਜੀ, ਆਪ ਰੱਬ ਜੀ, ਆਪ ਪਰਮੇਸ਼ਰ ਜੀ ਆਣ ਬੈਠਣ। ਕਰੇ ਕੀਰਤਨ ਸੁਨੇ ਅਨੇਕ। ਕਹਿੰਦੇ ਕੀਰਤਨ ਹੋਣ ਲੱਗ ਪਿਆ ਗੁਰੂ ਦਰਬਾਰ 'ਚ। ਅਨੇਕਾਂ ਮਾਈ ਭਾਈ ਸਿੱਖ ਬਹਿ ਗਏ ਚਾਰੇ ਪਾਸੇ। ਇੱਕ ਪਾਸੇ ਲੰਗਰ ਤਿਆਰ ਹੋਣ ਲੱਗ ਪਏ, ਤੰਬੂ ਕਨਾਤਾ ਤਣ ਗਏ। ਵੇਖਦਿਆਂ ਵੇਖਦਿਆਂ ਉੱਥੇ ਰੌਣਕਾਂ ਹੋ ਗਈਆਂ ਜੰਗਲ 'ਚ। ਕਹਿੰਦੇ ਕੀਰਤਨ ਹੋ ਰਿਹਾ, ਰੱਬੀ ਬਾਣੀ ਦੇ ਕੀਰਤਨ ਦੀ ਧੁਨੀ ਦਾ ਆਲਾਪ ਹੋ ਰਿਹਾ, ਗੁਰਸਿੱਖ ਸੁਣ ਰਹੇ ਨੇ। ਸੋਬੇ ਬੀਚ ਸਮੁੰਦਰ ਬਬੇਕ। ਸਜੇ ਹੋਏ ਦੀਵਾਨ 'ਚ ਬਵੇਕ ਦੇ ਅਥਾਹ ਸਮੁੰਦਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਬੈਠੇ ਸ਼ੋਭਨੀਕ ਹੋ ਰਹੇ ਨੇ। ਤਬ ਸ਼੍ਰੀ ਬੁੱਢੇ ਬਾਕ ਬਖਾਨਾ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਬੋਲੇ, ਸਤਿਗੁਰਾਂ ਨੂੰ ਕਹਿਣ ਲੱਗੇ, ਆਪ ਪਰਮੋ ਛਿਮਾ ਨਿਧਾਨਾ। ਕਹਿਣ ਲੱਗੇ ਮਹਾਰਾਜ ਤੁਸੀਂ ਛਿਮਾ ਦੇ ਖਜ਼ਾਨੇ ਹੋ। ਮਹਾਰਾਜ ਤੁਹਾਡੇ ਵਰਗਾ ਛਿਮਾ ਨਿਧ ਕੋਈ ਨਹੀਂ। ਦਰੋਹ ਅਕਾਰਨ ਤਪਾ ਸੰਤਾਪੀ। ਉਸ ਨਗਰ ਖਡੂਰ ਸਾਹਿਬ ਦੇ ਵਿੱਚ ਰਹਿਣ ਵਾਲੇ ਦੰਭੀ ਤਪੇ ਨੇ, ਬਿਨਾਂ ਕਾਰਨ ਤੋਂ ਤੁਹਾਡੇ ਨਾਲ ਦਰੋਹ ਕੀਤਾ, ਤੁਹਾਡੇ ਨਾਲ ਦਵੈਸ਼ ਕੀਤੀ ਹੈ। ਨਿੰਦਾ ਕਰਤ ਅਸੂਇਕ ਪਾਪੀ। ਪਾਪੀ ਤੁਹਾਡੇ ਨਾਲ ਈਰਖਾ ਕਰਦਾ ਤਪਾ, ਔਰ ਪਾਤਸ਼ਾਹ ਜੀ ਤੁਹਾਡੀ ਨਿੰਦਾ ਕਰਦਾ ਹੈ। ਏ ਰਾਹਕ ਮੂਰਖ ਮਤਹੀਨੇ। ਆ ਕੁਝ ਕੁ ਜਿਹੜੇ ਜ਼ਿਮੀਂਦਾਰ ਸੀ ਖਡੂਰ ਸਾਹਿਬ ਵਾਲੇ, ਇਹਨਾਂ ਮੂਰਖਾਂ ਨੇ ਉਸ ਤਪੇ ਦੇ ਆਖੇ ਲੱਗ ਕੇ ਤੁਹਾਡੇ ਨਾਲ ਆਣ ਕੇ ਇਦਾਂ ਦੀ ਬਦਸਲੂਕੀ ਕੀਤੀ ਹੈ। ਹਿਰਦੇ ਵਿਚਾਰ ਜਿਨ੍ਹਾਂ ਨੇ ਕੀਨੇ। ਇਹਨਾਂ ਮੂਰਖਾਂ ਨੇ ਵੀ ਦਿਲ 'ਚ ਵਿਚਾਰ ਨਹੀਂ ਕੀਤੀ ਕਿ ਅਸੀਂ ਇਹ ਕਿਹੋ ਜਿਹਾ ਖੋਟਾ ਕਰਮ ਕਰ ਰਹੇ ਹਾਂ। ਆਨੇ ਆਪ ਕੋ ਕੀਏ ਅਪਮਾਨਾ। ਆ ਕੇ ਮਹਾਰਾਜ ਜੀ ਨਾਲ ਮੂਰਖਾਂ ਨੇ ਤਪੇ ਦੇ ਆਖੇ ਲੱਗ ਕੇ ਤੁਹਾਡਾ ਅਪਮਾਨ ਕੀਤਾ ਸਾਹਿਬ ਜੀ, ਤੁਹਾਡਾ ਅਨਾਦਰ ਕੀਤਾ ਹੈ। ਸਭ ਸਿਰ ਮੋਰ ਉਚਿਤ ਸਨਮਾਨਾ। ਤੁਸੀਂ ਸਰਬ ਜਗਤ ਦੇ ਸਿਰਮੌਰ ਹੋ, ਸਾਰੇ ਸੰਸਾਰ ਦੇ ਸਨਮਾਨਯੋਗ ਹੋ। 33 ਕਰੋੜ ਦੇਵਤੇ ਵੀ ਆਪ ਜੀ ਦਾ ਆਦਬ ਸਨਮਾਨ ਰੱਖਦੇ ਹਨ। ਤੁਮਰੀ ਕਰੀ ਅਵਗਿਆ ਜੋਏ। ਇਹਨਾਂ ਮੂਰਖਾਂ ਨੇ ਤੁਹਾਡੀ ਅਵਗਿਆ ਕੀਤੀ ਹੈ, ਤੁਹਾਡਾ ਅਨਾਦਰ ਕੀਤਾ ਹੈ। ਤਪਾ ਪਾਏ ਫਲ ਅਤ ਦੁਖ ਹੋਏ। ਮਹਾਰਾਜ ਉਸ ਤਪੇ ਦੇ ਆਖੇ ਲੱਗ ਕੇ ਕੀਤੀ, ਉਹਨੂੰ ਤਪੇ ਨੂੰ ਇਸ ਗੁਨਾਹ ਦਾ ਫਲ ਭੋਗਣਾ ਹੀ ਪਵੇਗਾ। ਉਸ ਤਪੇ ਨੂੰ ਆਪਣੇ ਇਸ ਕੀਤੇ ਗੁਨਾਹ ਦਾ, ਪਾਪ ਦਾ ਫਲ ਭੋਗਣਾ ਹੀ ਪਵੇਗਾ ਬੜੇ ਦੁੱਖ ਰੂਪ ਵਿੱਚ। ਬਿਨ ਕਾਰਨ ਹੀ ਦ્વੈਸ਼ ਕਮਾਵੇ। ਬਿਨਾਂ ਕਾਰਨ ਤੋਂ ਹੀ ਉਹ ਤੁਹਾਡੇ ਨਾਲ ਦਵੈਸ਼ ਕਮਾਉਂਦਾ, ਈਰਖਾ ਕਰਦਾ ਹੈ। ਹਸੇ ਨਿਕਾਸ ਕਹਾਂ ਸੁਖ ਪਾਵੇ। ਤੁਹਾਨੂੰ ਨਗਰ ਚੋਂ ਕੱਢ ਕੇ ਹੱਸਦਾ ਹੋਣਾ, ਖਿੜਦਾ ਹੋਣਾ, ਉਹਨੂੰ ਕਦੇ ਸੁੱਖ ਨਹੀਂ ਮਿਲਣਾ, ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ। ਅਜਰ ਜਰਨ ਧੀਰਜ ਤੁਮ ਮਾਈ। ਮਹਾਰਾਜ ਜੀ ਤੁਸੀਂ ਅਜਰ ਨੂੰ ਜਰ ਲੈਣ ਦੇ ਮਾਲਕ ਹੋ, ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਧੀਰਜ ਸੁਆਮੀ ਹੋ। ਕਰ ਸਕ ਹੈ ਸਮਤਾ ਅਸ ਨਾਹੀ। ਇੰਨੀ ਤਾਕਤ ਕਿਹਦੇ ਵਿੱਚ ਹੈ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ, ਤੁਹਾਡੇ ਸਮਾਨ ਹੋ ਸਕੇ। ਮਹਾਰਾਜ ਜੀ ਇੰਨੀ ਤਾਕਤ, ਇਤਨੀ ਸਮਰੱਥਾ ਪੂਰੇ ਵਿਸ਼ਵ ਭਰ ਵਿੱਚ ਕਿਸੇ ਕੋਲ ਨਹੀਂ। ਛਿਮਾਵੰਤ ਚਿਤ ਜਿਮ ਸਭ ਕਾਲਾ। ਜਿਵੇਂ ਇਹ ਧਰਤੀ ਸਦਾ ਹੀ ਛਿਮਾ ਕਰਦੀ ਹੈ, ਧਰਤੀ
ਸਦਾ ਹੀ ਛਿਮਾ ਕਰਦੀ। ਕੋਈ ਇਹਦੇ ਤੇ ਗੰਦ ਪਾਵੇ, ਕੋਈ ਇਹਨੂੰ ਚੰਦਨ ਦਾ ਲੇਪ ਚੜਾਵੇ, ਕੋਈ ਇਹਨੂੰ ਖੋਦੇ ਤੇ ਭਾਵੇਂ ਕੋਈ ਇਹਦੇ ਤੇ ਢੇਰ ਲਾਵੇ, ਕਦੇ ਨਹੀਂ ਕਿਸੇ ਨੂੰ ਪਲਟ ਕੇ ਕਹਿੰਦੀ ਵੀ ਕਿਉਂ ਇਦਾਂ ਕਰਦੇ ਹੋ। ਇਹ ਧਰਤੀ ਜਿਵੇਂ ਸਦਾ ਹੀ ਛਿਮਾ ਕਰਦੀ ਹੈ, ਹਰ ਵੇਲੇ ਹੀ ਛਿਮਾ ਕਰਦੀ ਹੈ। ਕਹਿ ਰਾਵਰ ਮੈਂ ਛਿਮਾ ਬਿਸਾਲਾ। ਮਹਾਰਾਜ ਜੀ ਇਸੇ ਤਰ੍ਹਾਂ ਤੁਸੀਂ ਵੀ ਸਦਾ ਛਿਮਾ ਹੀ ਕਰਦੇ ਹੋ ਪਾਤਸ਼ਾਹ। ਜਾਂ ਇਹ ਧਰਤੀ ਛਿਮਾ ਵਾਲੀ ਕਹੀ ਜਾ ਸਕਦੀ ਹੈ ਤੇ ਜਾਂ ਫਿਰ ਮਹਾਰਾਜ ਜੀ ਤੁਸੀਂ ਛਿਮਾ ਵਾਲੇ ਕਹੇ ਜਾ ਸਕਦੇ ਹੋ। ਤੁਸੀਂ ਵੀ ਸਦਾ ਛਿਮਾ ਹੀ ਕਰਦੇ ਹੋ। ਆਪ ਸਮਰੱਥ ਚਾਹੋ ਸੋ ਕਰੋ। ਮਹਾਰਾਜ ਜੀ ਤੁਸੀਂ ਸਮਰੱਥ ਹੋ, ਜੋ ਚਾਹੇ ਕਰ ਸਕਦੇ ਹੋ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਮਹਾਰਾਜ ਜੀ ਤੁਸੀਂ ਜੋ ਚਾਹੇ ਮਰਜ਼ੀ ਕਰਨ ਦੀ ਸਮਰੱਥਾ ਰੱਖਦੇ ਹੋ। ਨੇਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖੈ। ਜਿਸ ਕਾ ਸਾਸ ਨ ਕਾਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਮਹਾਰਾਜ ਜੀ ਜੋ ਚਾਹੇ ਮਰਜ਼ੀ ਕਰਨ ਦੀ ਸਮਰੱਥਾ ਤੁਸੀਂ ਰੱਖਦੇ ਹੋ। ਸੀਹਾਂ ਬਾਜਾਂ ਚਰਗਾਂ ਕੁਹੀਆਂ, ਇਹਨਾਂ ਖਵਾਲੇ ਕਾਹਾ। ਕਾਹੋ ਖਾਨ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹਾ। ਕੀੜਾ ਥਾਪ ਦੇਹ ਪਾਤਸ਼ਾਹੀ, ਲਸ਼ਕਰ ਕਰੇ ਸਵਾ ਪਾਤਸ਼ਾਹ। ਤੁਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ। ਸਮਰੱਥ ਹੋ। ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਅੰਧਲੇ ਤ੍ਰੇ ਭਾਵਨ ਸੂਝਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਸਤਿਗੁਰੂ ਤੁਸੀਂ ਚਾਹੋ ਕੁਝ ਵੀ ਕਰ ਸਕਦੇ ਹੋ, ਪਿੰਗਲੇ ਪਰਬਤਾਂ ਤੇ ਚੜਾ ਸਕਦੇ ਹੋ। ਮੂਹ ਕੋਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ। ਸਭਨ ਡਰਾਵੋ ਤੁਮ ਨੇ ਡਰੋ। ਮਹਾਰਾਜ ਤੁਸੀਂ ਸਭ ਨੂੰ ਆਪਣੇ ਭੈ 'ਚ ਰੱਖਦੇ ਹੋ, ਕਿਉਂਕਿ ਨਿਰੰਕਾਰ ਹੋ। ਪਰ ਤੁਸੀਂ ਕਿਸੇ ਦੇ ਭੈ ਵਿੱਚ ਨਹੀਂ ਹੋ। ਸਭ ਕੁਝ ਤੁਹਾਡੇ ਭੈ ਵਿੱਚ ਹੈ, ਪਰ ਆਪ ਤੁਸੀਂ ਨਿਰਭਉ ਸੁਆਮੀ ਹੋ। ਹਾਂਜੀ। ਏਕ ਬਾਤ ਸੋ ਬਿਨਾ ਉਪਾਏ, ਇੱਕੋ ਬਚਨ ਕਰਕੇ ਬਿਨਾ ਉਪਾਅ ਕੀਤਿਆ। ਮਾਰੋ ਸਭ ਇਨ ਦੇਹੋ ਜੀਵਾਏ। ਪਾਤਸ਼ਾਹ ਬਸ ਇੱਕ ਵਾਰੀ ਬਚਨ ਹੀ ਕਰਨਾ, ਤੁਸੀਂ ਕਹਿ ਦਿਓ ਸਾਰੇ ਮਰ ਜਾਓ ਤੇ ਕੁਝ ਵੀ ਨਾ ਰਹੇਗਾ। ਤੇ ਜੇ ਮਰਿਆ ਹੋਇਆਂ ਨੂੰ ਕਹੋ ਵੀ ਜੀਵ ਪਾਓ, ਤੇ ਪਾਤਸ਼ਾਹ ਝੱਟ ਜੀਵ ਪੈਣਗੇ। ਤੁਹਾਡੇ ਬਚਨਾਂ ਵਿੱਚ ਹੀ ਏਡੀ ਵੱਡੀ ਤਾਕਤ ਹੈ। ਸਤਿ ਸ੍ਰੀ ਅਕਾਲ। ਸਭ ਨੂੰ ਇੱਕ ਵਾਕ ਨਾਲ ਹੀ ਮਾਰ ਸਕਦੇ ਹੋ, ਔਰ ਇੱਕ ਵਾਕ ਨਾਲ ਹੀ ਜਵਾ ਸਕਦੇ ਹੋ। ਤਿਨ ਕੇ ਕਹੇ ਨਿਕਸਿਆ ਬਿਆਏ। ਤੁਸੀਂ ਇਹ ਸਧਾਰਨ ਜੇ ਬੰਦੇ, ਤੁੱਛ ਜੇ ਜੀਵ, ਉਹਨਾਂ ਦੇ ਕਹਿਣ ਤੇ ਆਪਣਾ ਨਗਰ ਛੱਡ ਕੇ ਆਏ ਹੋ। ਨਹੀਂ ਆਪਨੇ ਕਛੂ ਜਨਾਏ। ਮਹਾਰਾਜ ਜੀ ਤੁਸੀਂ ਆਪਣਾ ਆਪਾ ਨਹੀਂ ਜਣਾਇਆ ਸੁਆਮੀ। ਤੁਸੀਂ ਆਪਣਾ ਪ੍ਰਗਟਾਵਾ ਨਹੀਂ ਕੀਤਾ। ਜੋ ਤੁਮ ਭਾਵੋ ਸੋਈ ਭਲੇ। ਮਹਾਰਾਜ ਇਹਦੇ 'ਚ ਅਸੀਂ ਕੀ ਕਹਿ ਸਕਦੇ ਹਾਂ, ਕਰ ਸਕਦੇ ਹਾਂ। ਜੋ ਤੁਹਾਨੂੰ ਭਾਵੇ ਉਹੀ ਭਲਾ ਹੈ। ਹਮਰੋ ਕਹਿ ਨਹੀਂ ਕੁਛ ਚਲੇ। ਸਾਡਾ ਨਹੀਂ ਕਹਿਣਾ ਮਹਾਰਾਜ ਜੀ ਕੁਝ ਚੱਲਦਾ। ਇਮ ਕੈ ਮੌਨ ਧਾਰ ਕਰ ਬੈਸੇ। ਤਾਂ ਕਹਿ ਕੇ ਬਾਬਾ ਬੁੱਢਾ ਸਾਹਿਬ ਸਮੇਤ ਸਾਰੇ ਸਿੱਖ ਚੁੱਪਚਾਪ ਕਰਕੇ ਬੈਠ ਗਏ। ਪਿਖੇ ਗੁਰੂ ਗਤ ਕਰ ਹੈ ਜੈਸੇ। ਸਤਿਗੁਰਾਂ ਦੀ ਖੇਡ ਵੇਖਦੇ ਆ ਜੋ ਪਾਤਸ਼ਾਹ ਕਰ ਰਹੇ ਨੇ। ਨਿਜ ਪ੍ਰਤਾਪ ਕੋ ਨਹੀਂ ਜਨਾਵੇ। ਸਤਿਗੁਰੂ ਜੀ ਆਪਣਾ ਪ੍ਰਤਾਪ ਨਹੀਂ ਜਣਾਉਂਦੇ, ਆਪਣਾ ਇਹ ਸਿੱਖਾਂ ਨੂੰ ਸਿਖਾਲ ਰਹੇ ਨੇ। ਕਿਵੇਂ ਆਪਣੇ ਮਾਣ ਹੁੰਦਿਆਂ ਹੋਇਆਂ ਵੀ ਨਿਮਾਣਾ ਕਿਵੇਂ ਰਹੀਦਾ ਹੈ, ਤਾਣ ਹੁੰਦਿਆਂ ਹੋਇਆਂ ਵੀ ਨਿਤਾਣੇ ਕਿਵੇਂ ਰਹੀਦਾ, ਤਾਣ ਹੁੰਦੇ ਹੋਏ ਨਿਤਾਣਾ ਕਿਵੇਂ ਰਹੀਦਾ, ਬਲ ਦੇ ਹੁੰਦਿਆਂ ਹੋਇਆਂ ਵੀ ਨਿਰਬਲ ਬਣ ਕੇ ਇਹ ਸੋਭਾ ਸਿਖਾ ਰਹੇ ਨੇ। ਅਪਰ ਨਰਨ ਸਾਮੀ ਆਪਨ ਦਿਖਾਵੇ। ਆਮ ਜਿਵੇਂ ਸਧਾਰਨ ਜੇ ਬੰਦੇ ਹੁੰਦੇ ਆ, ਉਹਨਾਂ ਵਾਂਗੂ ਹੀ ਆਪਣਾ ਆਪ ਵਿਖਾ ਰਹੇ ਨੇ। ਦੋਹਰਾ ਤੇਜੋ ਕੇ ਨੰਦਨ ਜੋ
ਸੇਵ ਕਰਤ ਦਿਨ ਰੈਨ। ਇਧਰ ਬਾਬਾ ਤੇਜਭਾਨ ਜੀ ਦੇ ਸਪੁੱਤਰ ਧੰਨ ਗੁਰੂ ਅਮਰਦਾਸ ਸਾਹਿਬ ਜਿਹੜੇ ਹਰ ਵੇਲੇ ਆਪਣੇ ਮਾਲਕ ਦੀ ਸੁਆਮੀ ਦੀ ਸੇਵਾ 'ਚ ਰਹਿੰਦੇ ਹਨ। ਗਮਨੇ ਹੋਤੇ ਨਿਕੇਤ ਕੋ ਪ੍ਰੇਮ ਭਰੇ ਜੁਗ ਨੈਣ। ਉਹ ਆਪਣੇ ਨਗਰ ਗਏ ਹੋਏ ਸੀ ਗੋਇੰਦਵਾਲ ਸਾਹਿਬ ਜਦੋਂ ਇਹ ਸਭ ਕੁਝ ਹੋਇਆ, ਤੇ ਆਪਣੇ ਸੁਆਮੀ ਦੀ ਇਹ ਅਨਾਦਰ ਨਰਾਦਰ ਵੇਖ ਕੇ ਕਿਵੇਂ ਬਰਦਾਸ਼ਤ ਕਰਦੇ ਗੁਰੂ ਅਮਰਦਾਸ ਜੀ। ਗੁਰ ਕੀ ਨਿੰਦਾ ਸੁਨੈ ਨਾ ਕਾਨ, ਭੇਟ ਕਰੈ ਤਿਸ ਸੰਗ ਕਿਰਪਾਨ। ਤਪੇ ਦੀ ਕਰਨੀ ਦਾ ਫਲ ਉਹਨੂੰ ਭੁਗਤਾਉਣਾ। ਗੁਰੂ ਅਮਰਦਾਸ ਸਾਹਿਬ ਜੀ ਦੀ ਉਹ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਵਾਹਿਗੁਰੂ 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 ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ। ਹੇ ਪੂਰਨ ਹੈ ਸਰਬਮੈ, ਪੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਹੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ, ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਹੋਈਐ ਪਰੋ। ਆਏ ਪ੍ਰਭ ਸ਼ਰਣਾਗਤੀ, ਪਾਨਿਦ ਦਿਆਲ। ਏਕ ਅਖਰ ਹਰ ਮਨ ਬਸਤ, ਕਿ ਹੋਤੇ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਬੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਬੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ। ਮੇਰਾ ਦੁੱਖ ਸੁਖ ਤੁਝੇ ਹੀ ਪਾਸ, ਤੁਝੇ ਹੀ ਪਾਸ। ਆਨੰਦ ਗੁਣੀ ਨਿਧਾਨ, ਗੁਰੂ ਗਰੀਬ ਨਿਵਾਜ ਗਰੀਬ, ਨਿਵਾਜ ਗਰੀਬ ਦਇਆ ਕਰੋ ਰਖ ਲੇਵੋ ਹਰ ਜੀਓ। 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 ਦਇਆ ਕਰੋ ਰਖ ਲੇਵੋ। ਹਮ ਲਾਗੇ ਸਤਿਗੁਰ ਪਾਏ, ਹਮ ਲਾਗੇ ਸਤਿਗੁਰ ਪਾਏ। ਦਇਆ ਕਰੋ ਰਖ ਲੇਵੋ ਹਰ ਜੀਓ। ਦਇਆ ਕਰੋ ਰਖ ਲੇਵੋ ਹਰ ਜੀਓ। ਦਇਆ ਕਰੋ ਰਖ ਲੇਵੋ ਹਰ ਜੀਓ।
ਗੁਰ ਨਾਮ